क्या जाना किव मरहेंगे, कैसा मरना होए। जे कर साहिब मनो ना बिसरै, तां सहला मरना होए। जे कर साहिब मनो ना बिसरै, तां सहला मरना होए। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਗੁਰੂ ਗਰੀਬ ਨਿਵਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਗੁਰਗੋਦ ਵਿੱਚ। ਸੋ ਅੱਜ ਅਸੀਂ ਹਫ਼ਤਾਵਾਰੀ ਜਿਹੜੇ ਦੀਵਾਨ ਹਨ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਜਿੱਥੇ ਜੁੜ ਬੈਠੇ ਹਾਂ, ਉੱਥੇ ਨਾਲ ਹੀ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ ਔਰ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ, ਤਿੰਨਾਂ ਦੀ ਦੋਵਾਂ ਸ਼ਹੀਦਾਂ ਨੂੰ ਵੀ ਆਪਾਂ ਯਾਦ ਕਰ ਰਹੇ ਹਾਂ। ਸੋ ਆਓ ਸਮੇਂ ਦੇ ਦਾਇਰੇ ਦੇ ਵਿੱਚ ਰਹਿੰਦਿਆਂ ਹੋਇਆਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਆਧਾਰ ਬਣਾ ਕੇ, ਕਿਉਂਕਿ ਗੁਰਬਾਣੀ ਦਾ ਓਟ ਆਸਰਾ ਹੀ ਲੈ ਕੇ ਜਿਹੜੇ ਸੂਰਬੀਰ ਯੋਧੇ ਨੇ ਇਹਨਾਂ ਸ਼ਹਾਦਤਾਂ ਦੇ ਰਾਹ 'ਤੇ ਉਹ ਬਾਣੀ ਦਾ ਆਸਰਾ ਲੈ ਕੇ ਚੱਲਦੇ ਨੇ। ਪਾਵਨ ਬਚਨ ਆਪਾਂ ਮੰਗਲਾ ਚਰਨ ਰੂਪ ਦੇ ਵਿੱਚ ਪੜ੍ਹਿਆ, ਕਿਆ ਜਾਣਾ ਕਿਵ ਮਰਹਿੰਗੇ। ਬਿਲਕੁਲ ਸੌਖੇ ਲਫ਼ਜ਼ ਸ਼ਬਦ ਨੇ, ਸਮਝਣ ਵਿੱਚ ਕੋਈ ਵੀ ਔਖਿਆਈ ਨਹੀਂ। ਹਰ ਇੱਕ ਇਨਸਾਨ ਨੂੰ ਇਹ ਪਤਾ ਹੈ ਕਿ ਪਤਾ ਨਹੀਂ ਕਿਸ ਮੋੜ 'ਤੇ ਮੇਰੀ ਜ਼ਿੰਦਗੀ ਦੀ ਸ਼ਾਮ ਪੈ ਜੇ, ਵੀ ਕਿੱਥੇ ਮੌਤ ਹੋ ਜੇ। ਪਰ ਕਿਸੇ ਨੂੰ ਇਹ ਨਹੀਂ ਪਤਾ, ਇਹ ਤਾਂ ਪਤਾ ਵੀ ਮੌਤ ਹੋ ਜੇ, ਪਰ ਇਹ ਨਹੀਂ ਪਤਾ ਕਿ ਮੌਤ ਹੋਵੇਗੀ ਕਿਵੇਂ, ਮੇਰੀ ਮੌਤ ਦਾ ਕਾਰਨ ਕੀ ਬਣੇਗਾ। ਮੈਂ ਘਰੋਂ ਆਉਂਦਿਆਂ ਮਰਾਂਗਾ ਜਾਂ ਘਰੇ ਜਾਂਦਿਆਂ ਮਰਾਂਗਾ। ਮੇਰੀ ਮੌਤ ਹੋ ਸਕਦਾ ਘਰੇ ਬੈੱਡ 'ਤੇ ਹੀ ਪਿਆ ਹੋ ਜੇ, ਹੋ ਸਕਦਾ ਮੈਂ ਕੋਈ ਸਫ਼ਰ ਕਰ ਰਿਹਾ ਅਤੇ ਜ਼ਿੰਦਗੀ ਦੀ ਸ਼ਾਮ ਹੋ ਸਕਦਾ ਰਸਤੇ ਵਿੱਚ ਹੀ ਪੈ ਜੇ। ਮਰ ਇੱਥੇ ਦੁਨੀਆ ਦੇ ਵਿੱਚ ਸਭ ਨੇ ਜਾਣੇ, ਕੋਈ 50 ਮਣ ਅੰਨ ਖਾ ਕੇ ਪਹਿਲੋਂ ਮਰ ਜੂ ਅਤੇ ਕੋਈ 100 ਮਣ ਅੰਨ ਖਾ ਕੇ ਬਾਅਦ 'ਚ ਮਰ ਜੂ। ਮਰਨਾ ਸਭ ਨੇ ਹੀ ਹੈ। ਹਰ ਇੱਕ ਇਨਸਾਨ ਮੌਤ ਤੋਂ ਡਰ ਰਿਹਾ ਹੈ। ਔਰ ਮੈਨੂੰ ਕਈ ਦਫਾ ਅਫਸੋਸ ਇਸ ਗੱਲ ਦਾ ਵੀ ਹੁੰਦਾ ਹੈ, ਅੱਗੋਂ ਪਿੱਛੋਂ ਬੰਦਾ ਬੜੀਆਂ ਟਾਰਾਂ ਮਾਰਦਾ ਸਿੱਖੀ ਦੀਆਂ, ਭਾਵੇਂ ਗੁਰਦੁਆਰਿਆਂ ਦੇ ਵਿੱਚ ਜੋ ਸਰਕਾਰ ਦੇ ਨੇਮ ਰੂਲ ਨੇ ਆਪਾਂ ਉਹਨਾਂ ਨੂੰ ਫੋਲੋ ਕਰ ਰਹੇ ਹਾਂ, ਪਰ ਇੰਨਾ ਕਿ ਵੀ ਨਾ ਫੋਲੋ ਕਰੀਏ ਕਿ ਗੁਰਦੁਆਰੇ ਆਉਣਾ ਹੀ ਭੁੱਲ ਜਾਈਏ। ਬੰਦਾ ਚਲੋ ਐਤਵਾਰ ਨੂੰ ਨਹੀਂ ਆ ਸਕਦਾ, ਹਫ਼ਤੇ ਦੇ ਵਿੱਚ ਇੱਕ ਅੱਧਾ ਦਿਨ ਦੁਪਹਿਰੇ ਸ਼ਾਮ ਕੱਲਾ 'ਤੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਹੀ ਸਕਦਾ ਹੈ। ਪਰ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ ਕਿ ਮੌਤ ਨੇ ਬੰਦੇ ਨੂੰ ਇੰਨਾ ਕੁ ਡਰਾ ਦਿੱਤਾ ਹੈ ਕਿ ਗੁਰੂ ਦੀ ਯਾਦ ਨੂੰ ਉਹ ਭੁੱਲ ਗਿਆ। ਪਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਕਿਆ ਜਾਣਾ ਕਿਵ ਮਰਹਿੰਗੇ। ਇੱਕ ਹੋਰ ਬੇਨਤੀ ਕਰਦੇ ਹਾਂ, ਤੁਹਾਡੇ ਦਿਮਾਗ ਵਿੱਚ ਇਹ ਕੁਐਸਚਨ, ਇਹ ਸਵਾਲ ਨਾਲੋਂ ਨਾਲ ਪੈਦਾ ਹੋਇਆ ਹੋਵੇਗਾ ਕਿ ਗਿਆਨੀ ਜੀ ਘਰ ਵਿੱਚ ਰੱਬ ਨਹੀਂ, ਘਰੇ ਵੀ ਤੇ ਰੱਬ ਹੀ ਹੈ। ਬਿਲਕੁਲ, ਪਰਮਾਤਮਾ ਤੇ ਹਰ ਇੱਕ ਜਗ੍ਹਾ ਹੈ। ਦੁਨੀਆ ਦਾ ਐਸਾ ਕੋਈ ਵੀ ਕੋਨਾ ਨਹੀਂ ਜਿੱਥੇ ਪਰਮਾਤਮਾ ਨਹੀਂ, ਉਹ ਵਾਹਿਗੁਰੂ ਨਹੀਂ, ਤੇ ਦੁਨੀਆ ਦਾ ਕੋਈ ਵੀ ਐਸਾ ਕੋਨਾ ਨਹੀਂ ਜਿੱਥੇ ਮੌਤ ਨਾ ਹੋਵੇ। ਪਰ ਦੂਜਾ ਸਵਾਲ ਇਹ ਪੈਦਾ ਹੁੰਦਾ ਹੈ ਵੀ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਤਾਂ ਹਰ ਇੱਕ ਜਗ੍ਹਾ ਹੀ ਹੈ। ਨਾਨਕ ਘਰ ਬੈਠਿਆਂ ਸਹੁ ਮਿਲੇ, ਜੇ ਨੀਅਤ ਰਾਸ ਕਰੇ। ਜਿੱਥੇ ਮੇਰੇ ਸਤਿਗੁਰਾਂ ਨੇ ਬਾਣੀ ਵਿੱਚ ਇਹ ਇਸ਼ਾਰਾ ਕੀਤਾ ਕਿ ਰੱਬ ਹਰ ਇੱਕ ਜਗ੍ਹਾ, ਜੇ ਬੰਦੇ ਦੀ ਨੀਅਤ ਸਾਫ਼ ਹੋਵੇ ਤਾਂ ਘਰੇ ਵੀ ਪਰਮਾਤਮਾ
ਉਹਨੂੰ ਮਿਲ ਸਕਦਾ ਹੈ। ਪਰ ਸਿੱਖਾਂ ਦੇ ਵਾਸਤੇ ਸਾਡੇ ਗੁਰੂ ਸਾਹਿਬਾਨਾਂ ਨੇ, ਸਾਡੀ ਕੌਮ ਨੇ, ਸਾਡੇ ਪੰਥ ਨੇ ਇੱਕ ਇਹੋ ਜਿਹੀ ਜਗ੍ਹਾ ਨੂੰ ਨਿਸ਼ਚਿਤ ਕੀਤਾ ਗਿਆ ਹੈ, ਜਿਵੇਂ ਘਰੇ ਬੈਠਾ ਕੋਈ ਆਫੀਸਰ ਨਹੀਂ ਬਣ ਸਕਦਾ, ਕੋਈ ਟੀਚਰ ਨਹੀਂ ਬਣ ਸਕਦਾ, ਤੇ ਉਹਨੂੰ ਸਿੱਖਿਆ ਲੈਣ ਲਈ ਕਿਸੇ ਸਕੂਲ ਕਾਲਜ ਅਦਾਰੇ ਵਿੱਚ ਜਾਣਾ ਪਏਗਾ। ਇਸੇ ਤਰ੍ਹਾਂ ਸਿੱਖਾਂ ਤੈਨੂੰ ਸਿੱਖਿਆ ਲੈਣ ਲਈ ਆਪਣੇ ਧਾਰਮਿਕ ਸਥਾਨ ਗੁਰੂ ਦੇ ਦਰ ਤੇ ਆਉਣਾ ਹੀ ਪਏਗਾ। ਪਾਤਸ਼ਾਹ ਕਹਿੰਦੇ ਨੇ, ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵਿਸਰੈ। ਜੇ ਕਹਿੰਦੇ ਰੱਬ ਦੀ ਯਾਦ ਤੇਰੇ ਮਨ ਵਿੱਚੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ, ਤੇਰਾ ਮਰਨਾ ਵੀ ਦੁਨੀਆ ਦੇ ਵਿੱਚ ਪ੍ਰਵਾਨ ਹੋਵੇਗਾ। ਦੁਨੀਆ ਵਿੱਚ ਕਈਆਂ ਦਾ ਜਿਉਣਾ ਵੀ ਸਫਲ ਨਹੀਂ ਹੁੰਦਾ, ਦੁਨੀਆ ਦੇ ਵਿੱਚ ਕਈਆਂ ਦਾ ਆਉਣਾ ਵੀ ਸਫਲ ਨਹੀਂ, ਪਰ ਮੇਰੇ ਸਤਿਗੁਰੂ ਜੀ ਕਹਿੰਦੇ ਕਈਆਂ ਦਾ ਮਰਨਾ ਵੀ ਸਫਲ ਹੋ ਜਾਂਦਾ ਹੈ। ਅੱਜ ਆਪਾਂ ਦੋ ਯੋਧਿਆਂ ਦੀ ਯਾਦ ਵਿੱਚ ਬੈਠੇ ਹਾਂ। ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ, ਜੋ ਕਿ ਜਦੋਂ ਪੰਜਾਬ ਦੀ ਧਰਤੀ ਤੋਂ ਉਹ ਕੈਨੇਡਾ ਦੀ ਧਰਤੀ ਤੇ ਗਏ ਤਾਂ ਉਹਨਾਂ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਇੱਕ ਸਪੀਚ, ਇੱਕ ਲੈਕਚਰ ਦਿੱਤਾ। ਉਸ ਲੈਕਚਰ ਨੂੰ ਸੁਣ ਕੇ ਪਾਰਲੀਮੈਂਟ ਦੇ ਮੈਂਬਰ ਗੋਰੇ ਆਦਿਕ, ਉਹਨਾਂ ਇੰਗਲਿਸ਼ ਵਿੱਚ ਵੀ ਸਪੀਚ ਦਿੱਤੀ। ਜਦੋਂ ਉਸ ਸਪੀਚ ਨੂੰ, ਉਸ ਲੈਕਚਰ ਨੂੰ ਕਹਿੰਦੇ ਗੋਰਿਆਂ ਨੇ ਸੁਣਿਆ ਤੇ ਉਹ ਆਸ-ਆਸ ਕਰ ਉੱਠੇ, ਹੈਰਾਨ ਹੋ ਗਏ, ਕਿਉਂਕਿ ਇੰਨੀ ਧੜਾਲੇਦਾਰ ਤੇ ਇੰਨੀ ਵੀਰ ਰਸੀ ਤੇ ਇੰਨੀ ਮਨੁੱਖਤਾ ਦੇ ਭਲੇ ਦੇ ਵਾਸਤੇ ਤੇ ਮੌਕੇ ਦੀ ਹਕੂਮਤ ਤੇ ਇੱਕ ਕਰਾਰੀ ਚੋਟ ਸੀ। ਲਿਖਣ ਵਾਲੇ ਲਿਖਦੇ ਨੇ, ਕਹਿੰਦੇ ਉੱਥੇ ਫਿਰ ਇਹ ਫੈਸਲਾ ਵੀ ਕੀਤਾ ਗਿਆ, ਇਹ ਆਖਿਆ ਵੀ ਗਿਆ ਜਸਵੰਤ ਸਿੰਘ ਜੀ ਖਾਲੜਾ ਨੂੰ ਕਿ ਜੇ ਇਹ ਵਾਪਸ ਭਾਰਤ ਚਲੇ ਗਏ, ਕਿਉਂਕਿ ਭਾਰਤ ਦੀ ਮੌਕੇ ਦੀ ਹਕੂਮਤ ਸਰਕਾਰ ਨੇ ਜਸਵੰਤ ਸਿੰਘ ਜੀ ਦੇ ਖਾਲੜਾ ਦੇ ਵਾਸਤੇ ਇੱਕ ਮੌਤ ਦਾ ਜਿਹੜਾ ਫਰਮਾਨ ਸੀ ਉਹ ਚਿੱਠੀ ਲਿਖ ਦਿੱਤੀ ਗਈ ਸੀ ਕਿ ਜਦੋਂ ਇਹ ਪਰਤ ਕੇ ਵਾਪਸ ਭਾਰਤ ਆਏਗਾ ਤੇ ਮੌਤ ਉਹਦੀ ਲਿਖ ਦਿੱਤੀ ਗਈ ਸੀ ਵੀ ਇਹਨੂੰ ਛੱਡਣਾ ਨਹੀਂ। ਉਹਦਾ ਕਾਰਨ, ਉਹਦਾ ਰੀਜ਼ਨ, ਵਜ੍ਹਾ ਕੀ ਸੀ ਆਪ ਜਾਣਦੇ ਹੋ। ਪਰ ਜਿਉਂ ਹੀ ਉਹ ਸਪੀਚ ਦੇ ਕੇ ਪਾਰਲੀਮੈਂਟ ਵਿੱਚੋਂ ਬਾਹਰ ਜਾਂਦੇ ਨੇ, ਆਪਣੇ ਦੋਸਤ ਮਿੱਤਰਾਂ ਦੇ ਘਰ ਦੇ ਵਿੱਚ ਉਹ ਰਾਤ ਕੱਟਦੇ ਨੇ, ਪਰ ਦੂਸਰੇ ਦਿਨ ਹੀ ਉਹਨਾਂ ਦੀ ਫਲਾਈਟ ਸੀ, ਉਹਨਾਂ ਨੇ ਵਾਪਸ ਜਾਣਾ ਸੀ ਭਾਰਤ। ਪਰ ਸਾਰੀ ਰਾਤ ਜਿਹੜੇ ਮਿੱਤਰ ਦੋਸਤ ਨੇ ਉਹ ਬਾਰ-ਬਾਰ ਕਹਿੰਦੇ ਨੇ, ਲਿਖਣ ਵਾਲੇ ਲਿਖਦੇ, ਗੋਰਿਆਂ ਨੇ ਇਹ ਵੀ ਆਖਿਆ ਕਿ ਜਸਵੰਤ ਸਿੰਘ ਜੀ, ਤੁਹਾਨੂੰ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਤੁਹਾਡੀ ਮੌਤ ਦਾ ਫਰਮਾਨ ਪਤਾ ਲੱਗਿਆ ਕਿ ਜਾਰੀ ਉਹਨਾਂ ਨੇ ਕਰ ਦਿੱਤਾ, ਤੁਸੀਂ ਵਾਪਸ ਨਾ ਜਾਓ। ਮੈਂ ਕਹਿੰਦਾ ਇਹ ਲੋਕ, ਇਹ ਮੁਲਕ ਕਿੰਨੇ ਵਧੀਆ ਨੇ। ਜਦੋਂ ਪੰਜਾਬ ਦੀ ਧਰਤੀ ਤੇ ਜਦੋਂ 15 ਅਗਸਤ 26 ਜਨਵਰੀ ਆਉਂਦਾ ਹੈ ਤਾਂ ਸਾਡੇ ਲੋਕ ਕਿਵੇਂ ਤਿੜ ਤਿੜ ਕੇ ਕਹਿੰਦੇ ਨੇ, ਸਾਰੇ ਜਹਾਨ ਸੇ ਅੱਛਾ ਹਿੰਦੁਸਤਾਨ ਹਮਾਰਾ। ਮੈਂ ਕਹਿੰਦਾ ਉਦੋਂ ਗੰਦਾ ਤੇ ਕੋਈ ਮੁਲਕ ਹੋਣਾ ਹੀ ਕੋਈ ਨਹੀਂ। ਉਹਦੀ ਤਾਂ ਕੇਵਲ ਤੇ ਕੇਵਲ ਅਹਿਮੀਅਤ ਜੇ ਪੰਜਾਬ ਦੀ ਹੈ, ਕੇਵਲ ਤੇ ਕੇਵਲ ਸਾਡੇ ਗੁਰੂ ਸਾਹਿਬਾਨਾਂ ਕਰਕੇ ਹੈ। ਤਿੜ ਤਿੜ ਕੇ ਇਹ ਆਖਿਆ ਜਾਂਦਾ, ਅਸੀਂ ਗੋਰਿਆਂ ਨੂੰ ਪੰਜਾਬ ਹਿੰਦੁਸਤਾਨ ਵਿੱਚੋਂ ਕੱਢ ਦਿੱਤਾ, ਗੋਰਿਆਂ ਨੂੰ ਕੱਢ ਦਿੱਤਾ ਤੇ ਕਾਲੇ ਅੰਗਰੇਜ਼ ਉੱਥੇ ਸਥਾਪਿਤ ਅਸੀਂ ਕੀਤੇ ਨਹੀਂ। ਸਰਦਾਰ ਭਗਤ ਸਿੰਘ ਜੀ ਵਰਗਿਆਂ ਨੂੰ ਤੇ ਊਧਮ ਸਿੰਘ ਵਰਗਿਆਂ ਨੂੰ, ਸੁਖਦੇਵ ਤੇ ਰਾਜਗੁਰੂ ਵਰਗਿਆਂ ਨੂੰ ਜਦੋਂ ਫਾਂਸੀ ਦੇਣ ਤੋਂ ਪਹਿਲੋਂ ਫਾਂਸੀ ਨਹੀਂ ਸੀ ਦਿੱਤੀ ਜਾ ਰਹੀ, ਗੋਰੇ ਕਹਿੰਦੇ ਸਨ ਇਹਨਾਂ ਦਾ ਕੀ ਕਰੀਏ, ਇਹਨਾਂ ਨੂੰ ਫਾਂਸੀ ਲਾਈਏ ਕਿ ਛੱਡ ਦਈਏ। ਜਿਹਨੂੰ ਬਾਪੂ ਕਹਿੰਦੇ ਆ, ਹੁਣ ਨਾਂ ਤਾਂ ਉਹਦਾ ਲੈਣ ਦੀ ਲੋੜ ਨਹੀਂ ਬਾਰ-ਬਾਰ, ਜਿਹਨੂੰ ਬਾਪੂ ਬਾਪੂ ਕਹਿੰਦੇ ਆ ਉਹਨੇ ਸਾਈਨ ਕੀਤੇ ਸੀ ਕਿ ਇਹਨਾਂ ਨੂੰ ਛੱਡਣਾ ਨਹੀਂ, ਇਹਨਾਂ ਨੂੰ ਫਾਂਸੀ ਦੇ ਦਿੱਤੀ ਜਾਏ। ਤੇ ਹੁਣ ਦੱਸੋ, ਜਿਹੜੇ ਕੌਮ ਦੇ ਯੋਧੇ ਨੇ, ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ, ਸ਼ਹਾਦਤਾਂ ਦਿੱਤੀਆਂ, ਉਹਨਾਂ ਦੇ ਸਿਰਾਂ ਤੋਂ ਤਾਂ ਦਸਤਾਰਾਂ ਗਾਇਬ ਕਰਕੇ ਇਹਨਾਂ ਲੋਕਾਂ ਨੇ ਟੋਪੀ ਮਸ਼ਹੂਰ ਕਰ ਦਿੱਤੀ। ਦਸਤਾਰ ਵਾਲੀ ਤੁਹਾਨੂੰ ਫੋਟੋ ਭਗਤ ਸਿੰਘ ਦੀ ਕਿਤੇ ਕਿਤੇ ਨਜ਼ਰ ਆਏਗੀ। ਉਹਦੇ ਤਾਂ ਸਿਰ ਦੇ ਉੱਪਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਅਖੰਡ ਕੀਰਤਨੀਏ ਜਥੇ ਦੇ ਉਹ ਸਿੰਘ, ਉਹਨਾਂ ਨੇ ਜਦੋਂ ਦਰਸ਼ਨ ਕੀਤੇ, ਆਪਸ ਦੇ ਵਿੱਚ ਜਦੋਂ ਗੱਲਬਾਤ ਹੋਈ ਸੀ ਨਾ, ਉਹਨਾਂ ਦੀ ਬਦੌਲਤ ਹੀ ਭਗਤ ਸਿੰਘ ਨੇ ਆਪਣੇ ਸਿਰ ਤੇ ਕੇਸ ਰੱਖੇ ਸਨ। ਇਹ ਗੱਲ ਕਹੀ ਸੀ ਰਣਧੀਰ ਸਿੰਘ ਨੇ ਭਗਤ ਸਿੰਘ ਨੂੰ ਕਿ ਭਗਤ ਸਿਆਂ, ਤੇਰੀ ਸ਼ਹੀਦੀ, ਤੇਰੀ ਫਾਂਸੀ, ਤੇਰੀ ਕੁਰਬਾਨੀ ਇਹ ਭਾਰਤੀ ਲੋਕਾਂ ਦੇ ਲਈ ਤਾਂ ਬਹੁਤ ਵੱਡੀ ਹੋ ਸਕਦੀ ਹੈ, ਪਰ ਕਹਿੰਦੇ ਗੁਰੂ ਰਾਮਦਾਸ ਦੇ ਦਰ ਤੇ ਉਦੋਂ ਹੀ ਪ੍ਰਵਾਨ ਹੋਵੇਗੀ ਕਿ ਤੂੰ ਫਾਂਸੀ ਲੱਗਣ ਤੋਂ ਪਹਿਲਾਂ ਸਿੱਖੀ ਸਰੂਪ ਧਾਰਨ ਕਰ ਲਵੇਂ। ਤੇ ਉਹ ਹੋਇਆ ਵੀ।
ਤੇ ਭਗਤ ਸਿੰਘ ਫਾਂਸੀ ਚੜ੍ਹਨ ਤੋਂ ਪਹਿਲੋਂ ਸਿੱਖੀ ਸਰੂਪ ਦੇ ਵਿੱਚ ਆਇਆ ਸੀ, ਉਹਨੇ ਦਸਤਾਰ ਵੀ ਬੰਨ੍ਹੀ ਸੀ। ਖੈਰ, ਮੈਂ ਜਿਹੜੇ ਵਿਸ਼ੇ ਤੇ ਆਉਣਾ ਚਾਹੁੰਦਾ ਕਿ ਜੋ ਮਹਾਨ ਕੁਰਬਾਨੀਆਂ ਹੋਈਆਂ ਸਰਦਾਰ ਜਸਵੰਤ ਸਿੰਘ ਜੀ ਖਾਲੜਾ, ਪਤਾ ਚੱਲਿਆ ਪਰ ਜਸਵੰਤ ਸਿੰਘ ਜੀ ਖਾਲੜਾ ਆਪਣੇ ਮਿੱਤਰਾਂ ਦੋਸਤਾਂ ਨੂੰ ਇਹ ਗੱਲ ਕਹਿਣ ਲੱਗੇ। ਉਹ ਕਹਿੰਦੇ ਵੀ ਗੋਰੇ ਇਹ ਗੱਲ ਕਹਿੰਦੇ ਨੇ, ਪਾਰਲੀਮੈਂਟ ਵਿੱਚ ਗੱਲ ਹੋ ਚੁੱਕੀ ਹੈ ਕਿ ਤੁਸੀਂ ਭਾਰਤ ਵਾਪਸ ਨਾ ਜਾਓ, ਤੁਹਾਡੀ ਮੌਤ ਦਾ ਫਰਮਾਨ ਲਿਖ ਦਿੱਤਾ ਗਿਆ। ਉਹ ਕਹਿੰਦੇ ਨੇ ਤੁਹਾਡੇ ਸਾਰੇ ਪਰਿਵਾਰ ਨੂੰ ਅਸੀਂ ਭਾਰਤ ਤੋਂ ਇੱਥੇ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ PR ਸਿਟੀਜ਼ਨ ਉਹਨਾਂ ਨੂੰ ਅਸੀਂ ਇੱਥੇ ਬੁਲਾ ਲਵਾਂਗੇ, ਪਰ ਤੁਸੀਂ ਉੱਥੇ ਨਾ ਜਾਓ। ਜਦੋਂ ਅਸੀਂ ਉਹਨਾਂ ਦਾ ਜੀਵਨ ਪੜ੍ਹਦੇ ਹਾਂ ਨਾ, ਤਾਂ ਉਹਦੇ ਵਿੱਚ ਲਿਖਿਆ ਕਿ ਜਸਵੰਤ ਸਿੰਘ ਜੀ ਖਾਲੜਾ ਕਹਿਣ ਲੱਗੇ, ਮੈਂ ਤੇ ਮੇਰਾ ਪਰਿਵਾਰ ਤਾਂ ਪੱਕੇ ਤੌਰ ਤੇ ਕੈਨੇਡਾ ਦੀ ਧਰਤੀ ਤੇ ਆ ਜਾਾਂਗੇ। ਹਰ ਇੱਕ ਤਰ੍ਹਾਂ ਦਾ ਸੁੱਖ ਸਹੂਲਤ ਅਸੀਂ ਆਪਣੇ ਤਨ ਪਿੰਡੇ ਤੇ ਹੰਢਾ ਲਾਂਗੇ। ਤੇ ਜਸਵੰਤ ਸਿੰਘ ਖਾਲੜਾ ਜੀ ਕਹਿਣ ਲੱਗੇ, ਉਹਨਾਂ ਲੋਕਾਂ ਦਾ ਕੀ ਬਣੇਗਾ ਜਿਹੜੇ ਲੋਕ ਜਦੋਂ ਮੈਂ ਕੈਨੇਡਾ ਆਉਣ ਲੱਗਾ ਸਾਂ ਤੇ ਮੇਰੀ ਉਸ ਮੁਹਿੰਮ ਦੇ ਵਿੱਚ ਜਿਹੜੇ ਸ਼ਾਮਲ ਹੋਏ ਸਨ, ਜਿਹੜੇ ਆਸ ਲਾ ਕੇ ਬੈਠੇ ਨੇ ਕਿ ਜਸਵੰਤ ਸਿੰਘ ਖਾਲੜਾ ਕੈਨੇਡਾ ਤੋਂ ਪਰਤ ਕੇ ਵਾਪਸ ਆਏਗਾ ਤੇ ਉਹਦੀ ਮੁਹਿੰਮ ਵਿੱਚ ਸ਼ਾਮਲ ਹੋਵਾਂਗੇ। ਪਰ ਕਹਿੰਦੇ ਜੇ ਮੈਂ ਕੇਵਲ ਤੇ ਕੇਵਲ ਚੰਦ ਦਿਨਾਂ ਦੀ ਜ਼ਿੰਦਗੀ ਦੇ ਵਾਸਤੇ ਆਪਣੇ ਪਰਿਵਾਰ ਨੂੰ ਕੈਨੇਡਾ ਸਿਟੀਜ਼ਨ ਪੱਕਾ ਕਰਨ ਦੇ ਵਾਸਤੇ, ਸਵਾਰਥ ਦੀ ਜ਼ਿੰਦਗੀ ਵਾਸਤੇ ਮੈਂ ਤਾਂ ਇੱਥੇ ਆ ਜਾਵਾਂਗਾ, ਪਰ ਕਹਿੰਦੇ ਮੇਰੀ ਕੌਮ ਦੇ ਨਾਲ ਹੀ ਗਦਾਰੀ ਨਹੀਂ, ਇੱਥੋਂ ਤੱਕ ਇੱਕ ਇਨਸਾਨੀਅਤ ਦੇ ਤੌਰ ਤੇ ਵੀ ਉਹਨਾਂ ਦੇ ਨਾਲ ਬਹੁਤ ਵੱਡੀ ਇੱਕ ਗਦਾਰੀ ਹੋਵੇਗੀ। ਉਹ ਲੋਕ ਕੀ ਕਰਨਗੇ ਜਿਹੜੀ ਮੇਰੀ ਇੱਕ ਆਸ ਲਾ ਕੇ ਬੈਠੇ ਹੋਏ ਨੇ। ਤਾਂ ਇੱਕ ਕਹਿਣ ਲੱਗਾ ਕਿ ਤੁਹਾਡੇ ਕੱਲਿਆਂ ਦੇ ਨਾਲ ਫਿਰ ਕੀ ਹੋ ਸਕਦਾ ਹੈ। ਤਾਂ ਉੱਥੇ ਜਸਵੰਤ ਸਿੰਘ ਖਾਲੜਾ ਦੀ ਜੀਵਨ ਵਿੱਚੋਂ ਮੈਂ ਪੜ੍ਹ ਰਿਹਾ ਸੀ, ਉਹ ਕਹਿੰਦੇ ਇਹ ਤੇ ਤੁਸੀਂ ਵੀ ਸੁਣਿਆ ਹੋਵੇਗਾ। ਉਹ ਕਹਿੰਦੇ ਵੀ ਇੱਕ ਦਫਾ ਜੰਗਲ ਨੂੰ ਅੱਗ ਲੱਗ ਗਈ, ਜਿਹੜੇ ਪੰਛੀ ਨੇ ਉੱਡੇ ਜਾ ਰਹੇ ਨੇ, ਜਾਨਵਰ ਭੱਜੇ ਜਾ ਰਹੇ ਨੇ, ਉਹ ਜੰਗਲ ਦੇ ਵਿੱਚੋਂ ਬਾਹਰ ਨੂੰ ਭੱਜੇ ਜਾਂਦੇ ਨੇ। ਪਰ ਕਹਿੰਦੇ ਇੱਕ ਚਿੜੀ ਉੱਡ ਕੇ ਚੁੰਝ ਭਰ ਭਰ ਕੇ ਪਾਣੀ ਦੀ ਜੰਗਲ ਦੇ ਵੱਲ ਜਾ ਰਹੀ ਹੈ ਤੇ ਤੁਬਕਾ ਤੁਬਕਾ ਸੁੱਟ ਰਹੀ ਹੈ। ਤੇ ਲਿਖਣ ਵਾਲਿਆਂ ਨੇ ਲਿਖਿਆ ਤੇ ਜਸਵੰਤ ਸਿੰਘ ਖਾਲੜਾ ਜੀ ਦੀ ਸਪੀਚ ਮੈਂ ਸੁਣੀ ਤੇ ਉਹਨਾਂ ਦੇ ਜੀਵਨ ਦੇ ਵਿੱਚ ਪੜ੍ਹਿਆ। ਕਹਿੰਦੇ ਫਿਰ ਉਸੇ ਜੰਗਲ ਦੇ ਵਿੱਚੋਂ ਜਾਨਵਰ ਬਾਹਰ ਭੱਜਦੇ ਨੇ। ਚਿੜੀ ਨੂੰ ਜਦੋਂ ਪੁੱਛਿਆ, ਵੇਖੋ ਚਿੜੀ ਕੋਈ ਬੋਲ ਕੇ ਨਹੀਂ ਦੱਸ ਸਕਦੀ, ਇਹ ਇੱਕ ਸਾਨੂੰ ਸਮਝਾਉਣ ਦੇ ਵਾਸਤੇ ਇੱਕ ਇਸ਼ਾਰਾ ਲਿਆ ਗਿਆ ਹੈ। ਕਹਿੰਦੇ ਉਸ ਚਿੜੀ ਨੇ ਆਖਿਆ ਵੀ ਜੰਗਲ ਨੂੰ ਅੱਗ ਲੱਗ ਗਈ, ਮੇਰੀ ਇੱਕ ਚੁੰਝ ਦੇ ਨਾਲ ਮੈਨੂੰ ਪਤਾ ਹੈ ਕਿ ਜੰਗਲ ਦੀ ਅੱਗ ਨਹੀਂ ਬੁਝਣੀ, ਭਾਵੇਂ ਹਵਾਈ ਜਹਾਜ਼ਾਂ ਦੇ ਰਾਹੀਂ ਵੀ ਪਾਣੀ ਡੋਲਿਆ ਜਾ ਰਿਹਾ ਹੈ, ਜੇ ਉਸ ਪਾਣੀ ਦੇ ਨਾਲ ਅੱਗ ਨਹੀਂ ਬੁਝ ਰਹੀ ਤੇ ਅੱਗ ਮੇਰੀ ਇਸ ਨਿੱਕੀ ਜੀ ਚੁੰਝ ਨਾਲ ਵੀ ਨਹੀਂ ਬੁਝਣੀ ਜਿਹੜਾ ਮੈਂ ਪਾਣੀ ਲੈ ਕੇ ਆ ਰਹੀ ਹਾਂ। ਪਰ ਉਹ ਕਹਿਣ ਲੱਗੇ ਵੀ ਇੱਕ ਗੱਲ ਜ਼ਰੂਰ ਹੈ, ਜਦੋਂ ਸਦੀਆਂ ਤੋਂ ਬਾਅਦ ਜੰਗਲ ਦਾ ਇਤਿਹਾਸ ਲਿਖਿਆ ਜਾਣਾ ਹੈ ਤਾਂ ਮੇਰਾ ਉਸ ਸਮੇਂ ਨਾਮ ਜੰਗਲ ਦੇ ਵਿੱਚੋਂ ਭੱਜਣ ਵਾਲਿਆਂ ਵਿੱਚ ਨਹੀਂ, ਅੱਗ ਲਾਉਣ ਵਾਲਿਆਂ ਵਿੱਚ ਨਹੀਂ, ਮੇਰਾ ਨਾਮ ਉਦੋਂ ਲਿਖਿਆ ਜਾਣਾ ਹੈ ਅੱਗ ਬੁਝਾਉਣ ਵਾਲਿਆਂ ਦੇ ਵਿੱਚ। ਭਾਵੇਂ ਅੱਗ ਬੁਝੇ ਭਾਵੇਂ ਨਾ ਬੁਝੇ। ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਵਾਲਾ ਭਰੀ ਕਚਹਿਰੀ ਵਿੱਚ ਉਹਨੂੰ ਪਤਾ ਹੈ ਕਿ ਮੈਂ ਹਾਂ ਦਾ ਨਾਰਾ ਮਾਰਿਆ, ਸੂਬਾ ਸਰਹੰਦ ਵਜੀਦ ਖਾਨ ਨੇ ਇਹਨਾਂ ਬੱਚਿਆਂ ਨੂੰ ਛੱਡਣਾ ਨਹੀਂ, ਮਾਰ ਦੇਣਾ, ਸ਼ਹੀਦ ਕਰ ਦੇਣਾ, ਉਹਨੂੰ ਪਤਾ ਹੈ। ਪਰ ਉਹ ਕਹਿੰਦਾ ਮੈਂ ਹਾਂ ਦਾ ਨਾਰਾ ਤਾਂ ਮਾਰਿਆ, ਜਦੋਂ ਕਿਤੇ ਸਿੱਖੀ ਦੀ ਗੱਲ, ਜਦੋਂ ਇਨਸਾਨੀਅਤ ਦੀ ਗੱਲ ਹੋਵੇਗੀ ਤਾਂ ਲੋਕ ਮੈਨੂੰ ਉਸ ਸਮੇਂ ਸੱਚ ਦੀ ਨਜ਼ਰ ਨਾਲ ਵੇਖਣਗੇ, ਉਦੋਂ ਮੈਨੂੰ ਇੱਕ ਹਾਂ ਦੇ ਨਾਰੇ ਨਾਲ ਯਾਦ ਕਰਨਗੇ। ਭਾਵੇਂ ਬੱਚੇ ਸ਼ਹੀਦ ਹੋ ਗਏ, ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਵਾਲੇ ਦੀ ਹਾਂ ਦੇ ਨਾਲ ਬੱਚੇ ਬਚ ਤਾਂ ਨਹੀਂ ਨਾ ਸਕੇ, ਉਹ ਕਚਹਿਰੀ ਵਿੱਚੋਂ ਛੁਡਾ ਨਹੀਂ ਸਕਿਆ। ਲੋਕ ਅੱਜ ਯਾਦ ਸੂਬਾ ਸਰਹੰਦ ਨੂੰ ਵੀ ਕਰਦੇ ਨੇ, ਲੋਕ ਅੱਜ ਯਾਦ ਵਜੀਦ ਖਾਨ ਨੂੰ ਵੀ ਕਰਦੇ ਨੇ, ਤੇ ਯਾਦ ਅੱਜ ਸ਼ੇਰ ਮੁਹੰਮਦ ਖਾਂ ਮਲੇਰਕੋਟਲ ਵਾਲੇ ਨੂੰ ਵੀ ਕੀਤਾ ਜਾਂਦਾ ਹੈ। ਯਾਦ ਲੋਕ ਬੁਚੜਾਂ ਨੂੰ ਵੀ ਹੁਣ ਕਰਦੇ ਨੇ, ਪਰ ਯਾਦ ਕਹਿੰਦੇ ਜਸਵੰਤ ਸਿੰਘ ਖਾਲੜੇ ਨੂੰ ਵੀ ਕੀਤਾ ਜਾਂਦਾ ਹੈ। ਪਰ ਕਹਿੰਦੇ ਉਹ ਯੋਧਾ ਰੁਕਿਆ ਨਹੀਂ, ਕਹਿੰਦੇ ਪੰਜਾਬ ਦੀ ਧਰਤੀ ਤੇ ਪਰਤ ਗਿਆ ਵਾਪਸ। ਜਦੋਂ ਕਿ ਅਸੀਂ, ਮੈਂ ਵੀ ਵਿੱਚ ਹੀ ਹਾਂ, ਤੁਹਾਡੇ ਵਿੱਚੋਂ ਕੁਝ ਕੁ ਨੂੰ ਛੱਡ ਕੇ ਬੰਦਾ ਆਪਣੇ ਪਰਿਵਾਰ ਲਈ ਸੁੱਖ ਸਹੂਲਤਾਂ ਦੇ ਵਾਸਤੇ ਅਸੀਂ ਦਿਨ ਰਾਤ ਇੱਕ ਕਰਦੇ ਹਾਂ ਕਿ ਸਾਡੇ ਬੱਚੇ ਪਰਿਵਾਰ ਇੱਥੇ ਆ ਜਾਣ, ਵਧੀਆ ਜ਼ਿੰਦਗੀ ਜੀਏ। ਪਰ ਕਹਿੰਦੇ ਇਹ ਜਿਹੜੀ ਸ਼ਹਾਦਤ ਹੈ ਨਾ, ਇਹ ਜਿਹੜੀ ਬਖਸ਼ਿਸ਼ ਹੈ, ਇਹ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ। ਹੁਣ ਆਪਾਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਇਹ ਗਲਤੀ ਕਿਉਂ ਕੀਤੀ,
क्योंकि भगत कबीर साहब जी कहते, कबीर साहब जी का बड़ा प्यारा बचन है। वो कहते, कबीर जो गिरह करे तां धर्म कर, नाही तां कर बैराग, बैरागी बंधन करे तां को बड़ो अभाग। कहते जे तू गृहस्थी बन तुरिया तां गृहस्थीआं वाला फर्ज निभाई, पर जे तू गृहस्थी बन गया तो गृहस्थीआं वाला फर्ज नहीं ना निभा सकदा। ਤਾਂ ਕਹਿੰਦੇ ਜੇ ਤੂੰ ਉਸ ਫਰਜ਼ ਨੂੰ ਛੱਡ ਕੇ, ਤੂੰ ਆਪਣੇ ਪਰਿਵਾਰ ਨੂੰ ਛੱਡ ਕੇ ਜੇ ਤੂੰ ਜੰਗਲਾਂ ਵਿੱਚ ਜਾ ਕੇ ਕੋਈ ਸਾਧ ਬਾਬਾ ਬਣ ਜੇ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਤਾਂ ਕੋ ਵੱਡੋ ਅਭਾਗ। ਕਹਿੰਦੇ ਐਦੋਂ ਵੱਡਾ ਬੇਭਾਗਾ ਹੋਰ ਕੌਣ ਹੋ ਸਕਦਾ ਹੈ। ਪਰ ਜਿਹੜੇ ਬੇਭਾਗੇ ਸਨ ਉਹਨਾਂ ਨੂੰ ਤਾਂ ਅਸੀਂ ਸੰਤ ਬਣਾ ਕੇ ਪੂਜਦੇ ਹਾਂ। ਖੈਰ ਇਹ ਵਿਸ਼ਾ ਅਲੱਗ ਹੈ। ਕਹਿੰਦੇ ਜਸਵੰਤ ਸਿੰਘ ਜੀ ਖਾਲੜਾ ਪੰਜਾਬ ਦੀ ਧਰਤੀ ਤੇ ਗਏ। ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਘਰ ਸੀ। ਕਬੀਰ ਨਾਮ ਦੀ ਇੱਕ ਪਾਰਕ ਹੈ, ਉੱਥੇ ਉਹਨਾਂ ਦਾ ਲਾਗੇ ਘਰ ਸੀ। ਤੇ 6 ਸਤੰਬਰ ਦੀ ਗੱਲ ਹੈ ਜਦੋਂ ਪਤਾ ਲੱਗਿਆ, ਕਿਉਂਕਿ ਇੱਕ ਇਜ਼ਹਾਰ ਆਲਮ ਤੇ ਇਧਰੋਂ ਸੁਮੇਧ ਸੈਣੀ ਵਰਗੇ, KPS ਗਿੱਲ ਵਰਗੇ, ਕਿਉਂਕਿ ਜਦੋਂ 25 ਫਰਵਰੀ 1992 ਵਿੱਚ ਅਮਰੀਕ ਸਿੰਘ ਜੀ ਬੈਠੇ ਨੇ, ਮੈਂ ਪਹਿਲਾਂ ਤੁੰਗ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਇਹਨਾਂ ਨੂੰ 92-93 ਬਾਰੇ ਇਹਨਾਂ ਨੂੰ ਬਹੁਤ ਨੌਲੇਜ ਹੈ, ਬੜਾ ਕੁਝ ਇਹ ਜਾਣਦੇ ਨੇ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ, 25 ਫਰਵਰੀ 1992 ਨੂੰ ਕਹਿੰਦੇ ਜਿਹੜਾ ਬੇਅੰਤਾ ਸੀ ਇਹਦੀ ਹਕੂਮਤ ਆਈ ਤੇ ਉਸ ਸਮੇਂ ਮੁੱਖ ਮੰਤਰੀ ਬਣਿਆ। ਔਰ ਇਹਨੇ ਮੁੱਖ ਮੰਤਰੀ ਦੀ ਕੁਰਸੀ ਤੇ ਬਹਿੰਦਿਆਂ ਹੀ ਪੰਜਾਬ ਦੀ ਜਵਾਨੀ ਦਾ ਘਾਣ ਇਹਨੇ ਆਰੰਭ ਕਰ ਦਿੱਤਾ। ਮਾਝੇ ਦੇ ਵਿੱਚ ਤਾਂ ਖਾਸ ਕਰਕੇ ਬੜੇ ਬਜ਼ੁਰਗ ਇੱਥੇ ਬੈਠੇ ਨੇ, ਮਾਤਾਵਾਂ, ਮਾਝੇ ਦੇ ਇਲਾਕੇ ਦੇ ਵਿੱਚ ਤੇ ਤੁਸੀਂ ਜਾਣ ਸਕਦੇ ਹੋ ਕਿ 35 ਸਾਲ ਤੱਕ ਤੇ 20 ਸਾਲ ਤੋਂ ਲੈ ਕੇ ਤੇ 35 ਸਾਲ ਤੱਕ ਜਿਹੜਾ ਵੀ ਗੱਭਰੂ ਮਿਲਦਾ, ਕਹਿੰਦੇ ਕੋਈ ਵੀ ਨਹੀਂ ਛੱਡਿਆ, ਘਰਾਂ ਦੇ ਵਿੱਚੋਂ ਚੁੱਕ ਕੇ ਉਹ ਪੰਜਾਬ ਦੀ ਧਰਤੀ, ਕਿਤੇ ਖੇਤਾਂ ਵਿੱਚ ਝੋਨਾ ਤੇ ਕਣਕਾਂ ਲਹਿਰਾਉਂਦੀਆਂ ਸਨ ਤੇ ਉਹ ਪੰਜਾਬ ਦੀ ਧਰਤੀ ਜਿੱਥੇ 25 ਫਰਵਰੀ 1992 ਦੇ ਵਿੱਚ ਉਹਨਾਂ ਗਲੀਆਂ ਵਿੱਚ ਤੇ ਖੇਤਾਂ ਦੇ ਵਿੱਚ ਪੰਜਾਬ ਦੀ ਜਵਾਨੀ ਤੇ ਨੌਜਵਾਨਾਂ ਦੀਆਂ ਲਾਸ਼ਾਂ ਹੀ ਲਾਸ਼ਾਂ ਦਿਖਾਈ ਦੇ ਰਹੀਆਂ ਸਨ। ਹਰ ਇੱਕ ਗਲੀ ਦੇ ਵਿੱਚ, ਹਰ ਇੱਕ ਮੁਹੱਲੇ ਵਿੱਚ, ਹਰ ਇੱਕ ਕਸਬੇ ਦੇ ਵਿੱਚ ਖੂਨ ਹੀ ਖੂਨ ਨਜ਼ਰ ਆ ਰਿਹਾ ਸੀ। ਮਾਵਾਂ ਦੇ ਜਿਹੜੇ ਪੁੱਤ ਸਨ, ਮਾਵਾਂ ਦੀਆਂ ਕੁੱਖਾਂ ਬਿਲਕੁਲ ਸੁੰਨੀਆਂ ਕਰ ਦਿੱਤੀਆਂ ਗਈਆਂ। ਪਰ ਇਹ ਨਹੀਂ ਕਿ ਇਸ ਕੌਮ ਦੇ ਵਿੱਚ ਯੋਧੇ ਨਹੀਂ, ਇਹ ਨਹੀਂ ਵੀ ਲੰਘ ਚੁੱਕੇ ਸਮੇਂ ਦੀਆਂ ਗੱਲਾਂ ਨੇ। ਪਰ ਜਦੋਂ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਜੇ ਹੋਏ ਤੇ ਅਕਾਲ ਪੁਰਖ ਪਰਮਾਤਮਾ ਦੇ ਵੱਲੋਂ ਸਾਜੇ ਹੋਏ ਪੰਥ ਨੂੰ ਜਦੋਂ ਦਿਨੋਂ ਦਿਨ ਮਿਟਾਇਆ ਜਾ ਰਿਹਾ ਸੀ, ਤੇ ਮੇਰੇ ਖਿਆਲ 'ਚ ਉਸ ਅਕਾਲ ਪੁਰਖ ਨੇ, ਵਾਹਿਗੁਰੂ ਨੇ ਆਪਣੇ ਸਾਜੇ ਹੋਏ ਪੰਥ ਨੂੰ, ਉਸ ਜਵਾਨੀ ਨੂੰ, ਸਿੱਖੀ ਨੂੰ ਬਚਾਉਣ ਦੇ ਵਾਸਤੇ ਫਿਰ ਕਹਿੰਦੇ 3 ਯੋਧਿਆਂ ਦੀ ਸੇਵਾ ਲਾ ਦਿੱਤੀ। ਸੇਵਾ ਬੜੇ ਪ੍ਰਕਾਰ ਦੀ ਹੁੰਦੀ ਹੈ। ਗੁਰਦੁਆਰੇ ਤੁਸੀਂ ਆਏ ਹੋ, ਇਹ ਵੀ ਸੇਵਾ ਹੈ। ਬਹਿ ਕੇ ਬਾਣੀ ਸੁਣਦੇ ਹੋ, ਇਹ ਵੀ ਸੇਵਾ। ਲੰਗਰ ਪਕਾ ਰਹੇ ਹੋ, ਇਹ ਵੀ ਸੇਵਾ ਹੈ। ਅਨੇਕ ਭਾਂਤ ਕਰ ਸੇਵਾ ਕਰੀਏ, ਅਨੇਕਾਂ ਪ੍ਰਕਾਰ ਦੀ ਸੇਵਾ। ਪਰ ਪਰਮਾਤਮਾ ਵਾਹਿਗੁਰੂ ਕਿਸੇ ਦੇ ਹਿੱਸੇ ਕਿਸੇ ਤਰ੍ਹਾਂ ਦੀ ਸੇਵਾ ਲਾ ਦਿੰਦਾ, ਕਿਸੇ ਦੇ ਹਿੱਸੇ ਕਿਸੇ ਤਰ੍ਹਾਂ ਦੀ ਸੇਵਾ। ਜਦੋਂ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ ਸੀ, ਸਾਰੇ ਥਰ-ਥਰ ਕੰਬਦੇ ਸਨ, ਕੋਈ ਵੀ ਆਵਾਜ਼ ਉਠਾਉਣ ਨੂੰ ਤਿਆਰ ਨਹੀਂ ਸੀ, ਤਾਂ ਫਿਰ ਉਸ ਸਮੇਂ ਕਹਿੰਦੇ 3 ਯੋਧਿਆਂ ਦੀ ਸੇਵਾ ਪਰਮਾਤਮਾ ਵੱਲੋਂ ਹੀ ਲੱਗੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲੋਂ। ਤੇ ਪਰ ਉਹਨਾਂ ਯੋਧਿਆਂ ਦੀ ਸੇਵਾ ਬੜੀ ਵੱਡੀ ਹੈ। ਉਹ ਕਿਹੜੇ ਸਨ? ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ, ਭਾਈ ਜਗਤਾਰ ਸਿੰਘ ਜੀ ਹਵਾਰਾ, ਜਿਨ੍ਹਾਂ ਦਾ ਅੱਜ ਨਾਮ ਲੈਣ ਤੋਂ ਇੱਕ ਜਗ੍ਹਾ ਮੈਂ ਆਸਟ੍ਰੇਲੀਆ ਜਦੋਂ ਕਥਾ ਕਰਾਂ ਤੇ ਉਹ ਜਿਹੜਾ ਉੱਥੋਂ ਦਾ ਪ੍ਰਬੰਧਕ ਸੀ ਨਾ, ਉਹ ਮੇਰਾ ਨਾਮ ਉਹੀ ਵਿੱਚ ਕਿਚਰ ਮਿਚਰ ਜੇ ਕਰ ਜਿਆ ਕਰੇ, ਪਰ ਜਿਹੜਾ ਦੂਜੇ ਆਇਆ ਕਰਨ ਉਹਨਾਂ ਨੂੰ ਕਿਹਾ ਕਰੇ। ਮੈਂ ਮਹੀਨਾ 20 ਦਿਨ ਤੇ ਦੇਖਿਆ, ਜਦੋਂ ਦੂਜੇ ਇੰਟਰਨੈਸ਼ਨਲ ਪ੍ਰਚਾਰਕ ਤੁਸੀਂ ਜਾਣਦੇ ਹੀ ਹੋ, ਜਦੋਂ ਉਹ ਕਥਾ ਕਰਿਆ ਕਰਨ, ਉਹ ਆਖਿਆ ਕਰਨ ਇਹ ਸਾਡੇ ਸਿੱਖ ਕੌਮ ਦੇ ਮਹਾਨ ਪੰਥ ਪ੍ਰਸਿੱਧ ਕਥਾਵਾਚਕ। ਤੇ ਸੰਗਤ ਵੀ ਸੋਚਦੀ ਸੀ, ਮੈਂ ਵੀ ਸੋਚਦਾ ਸਾਂ ਵੀ ਪੰਥ ਦੀ ਤਾਂ ਇਹ ਗੱਲ ਹੀ ਕੋਈ ਨਹੀਂ ਕਰਦੇ, ਕੋਈ ਪੰਥ ਦੀ ਗੱਲ ਨਹੀਂ ਕਰ ਰਿਹਾ। ਕੋਈ ਰਿੰਗੀ ਰਿਖੀ, ਕੋਈ ਭਰਿੰਗੀ ਰਿਖੀ, ਪਤਾ ਨਹੀਂ ਸਾਖੀਆਂ ਕਿੱਧਰੋਂ ਲਿਆ ਕੇ ਸੁਣਾ ਰਹੇ ਨੇ। ਉਹਨਾਂ ਲੋਕਾਂ ਦੀ ਗੱਲ ਉਹ ਸਟੇਜ ਤੇ ਕਰਦੇ ਸਨ ਜਿਨ੍ਹਾਂ ਦਾ ਪੰਥ ਨਾਲ ਵਾਸਤਾ ਹੀ ਕੋਈ ਨਹੀਂ ਸੀ। ਉਹ ਬਾਰ-ਬਾਰ ਕਿਹਾ ਕਰਨੇ ਪੰਥ ਪ੍ਰਸਿੱਧ, ਤੇ ਮੈਥੋਂ ਰਿਹਾ ਨਾ ਕਿਹਾ। ਤੇ ਮੈਂ ਆਪਣੀ ਹਾਜ਼ਰੀ ਵਿੱਚ ਆਖਿਆ ਕਿ ਭਾਈ ਸਾਹਿਬ ਜੀ, ਉਹ ਪੰਥ ਪ੍ਰਸਿੱਧ ਨੇ ਤੇ ਅਸੀਂ ਪੰਥ ਨਖੇਧਾਂ। ਅਸੀਂ ਗੱਲ ਕਰਦੇ ਹਾਂ ਰਾਜੋ ਹਾਣੇ ਤੇ ਹਵਾਰੇ ਵਰਗਿਆਂ ਦੀ।
ਸਾਡਾ ਤੁਸੀਂ ਨਾਮ ਲੈਣ ਤੋਂ ਹੀ ਉਹ ਗੱਲ ਵੱਖਰੀ ਹੈ ਵੀ ਤੁਹਾਡੀ ਜਥੇਬੰਦੀ ਹੋਵੇਗੀ, ਤੁਸੀਂ ਈਰਖਾ ਮਨ ਵਿੱਚ ਰੱਖਦੇ ਹੋ, ਪਰ ਕਹਿੰਦੇ ਕੌਮ ਪੰਥ ਤਾਂ ਇੱਕੋ ਹੀ ਹੈ ਨਾ। ਜਿਨ੍ਹਾਂ ਨੂੰ ਪੰਥ ਪ੍ਰਸਿੱਧ ਤੁਸੀਂ ਕਹਿੰਦੇ ਹੋ, ਅੱਜ ਤੱਕ ਉਹਨਾਂ ਪੰਥ ਪ੍ਰਸਿੱਧ ਪ੍ਰਚਾਰਕਾਂ ਨੇ ਕਿਤੇ ਵੀ ਕੌਮ ਦੇ ਯੋਧਿਆਂ ਦਾ ਨਾਮ ਤੱਕ ਨਹੀਂ ਲਿਆ। ਖਾ ਰਹੇ ਨੇ ਉਹ ਕੌਮ ਦਾ, ਪਰ ਕਹਿੰਦੇ ਕੌਮ ਦਾ ਜ਼ਿਕਰ ਕਰਨ ਤੋਂ ਉਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਕਿਉਂਕਿ ਸਟੇਜਾਂ ਖੁਸ਼ ਨਾ ਜਾਣ, ਉਹ ਥਰ ਥਰ ਕੰਬਦੇ ਨੇ। ਖੈਰ ਵਿਸ਼ੇ ਵੱਲ ਆ ਜਾ। ਉਹ ਮਹਾਨ ਯੋਧਾ ਭਾਈ ਬਲਵੰਤ ਸਿੰਘ ਰਾਜੋ ਆਣਾ ਤੇ ਇਧਰੋਂ ਭਾਈ ਦਿਲਾਵਰ ਸਿੰਘ ਤੇ ਭਾਈ ਜਗਤਾਰ ਸਿੰਘ ਹਵਾਰਾ, ਇਹਨਾਂ ਤਿੰਨਾਂ ਦੀ ਫਿਰ ਮੀਟਿੰਗ ਹੋਈ, ਕਿਉਂਕਿ 2 ਜਾਣੇ ਤਾਂ ਪੁਲਿਸ ਵਿੱਚ ਸਨ, ਬਲਵੰਤ ਸਿੰਘ ਰਾਜੋ ਆਣਾ ਤੇ ਭਾਈ ਦਿਲਾਵਰ ਸਿੰਘ, ਦੋਵੇਂ ਪੁਲਿਸ ਵਿੱਚ ਨੌਕਰੀ ਕਰ ਰਹੇ ਨੇ। ਜਦੋਂ ਕਿ ਲੋਕ ਇਹਨਾਂ ਅਹੁਦਿਆਂ ਤੇ ਪਹੁੰਚਣ ਵਾਸਤੇ ਦਿਨ ਰਾਤ ਇੱਕ ਕਰ ਦਿੰਦੇ ਨੇ ਤੇ ਲਾਗੇ ਰਹਿੰਦੇ ਨੇ ਬਿਲਕੁਲ ਮੰਤਰੀ ਦੇ, ਪਰ ਜਦੋਂ ਵੇਖਿਆ ਵੀ ਇੰਨਾ ਜ਼ੁਲਮ ਹੋ ਰਿਹਾ, ਇੰਨਾ ਅਤਿਆਚਾਰ, ਕੇਵਲ ਨੌਜਵਾਨਾਂ ਨੂੰ ਖਤਮ ਨਹੀਂ ਕੀਤਾ ਜਾ ਰਿਹਾ, ਘਰਾਂ ਦੇ ਵਿੱਚੋਂ ਜਿਹੜੀਆਂ ਧੀਆਂ ਭੈਣਾਂ ਸਨ 17-17 ਸਾਲ ਦੀਆਂ, 18-18 ਸਾਲ ਦੀਆਂ ਨੌਜਵਾਨ ਭੈਣਾਂ ਬੱਚੀਆਂ ਨੂੰ ਜਿਨ੍ਹਾਂ ਦੇ ਨਾਲ ਵਾਪਰਦਾ ਨਾ ਉਹਨਾਂ ਨੂੰ ਪਤਾ ਚੱਲਦਾ ਹੈ, ਦੂਜਿਆਂ ਨੂੰ ਨਹੀਂ। ਗੁਰਦੇਵ ਬਾਣੀ ਵਿੱਚ ਕਹਿੰਦੇ ਨੇ, ਜਿਸ ਤਨ ਲਾਗੇ ਸੋਈ ਜਾਣੇ ਅਵਰ ਕੇ ਜਾਣੇ ਪੀਰ ਪਰਈਆ, ਜਿਹਦੇ ਉੱਪਰ ਬੀਤਦੀ ਹੈ ਪਤਾ ਉਸੇ ਨੂੰ ਲੱਗਦਾ ਹੈ। ਸਾਡੀ ਧੀ ਭੈਣ ਨੂੰ ਕੋਈ ਥੋੜਾ ਬਹੁਤਾ ਉੱਚਾ ਨੀਵਾਂ ਲਫ਼ਜ਼ ਕਹਿ ਦੇ ਤੇ ਬੰਦਾ ਟੋਟੇ ਕਰਨ ਤੱਕ ਜਾਂਦਾ, ਤੇ ਜਿਨ੍ਹਾਂ ਦੀਆਂ ਧੀਆਂ ਭੈਣਾਂ ਨੂੰ ਇਹ ਲੋਕ ਘਰਾਂ ਦੇ ਵਿੱਚੋਂ ਚੁੱਕ ਕੇ ਲੈ ਗਏ, ਤੇ ਫਿਰ ਉਹਨਾਂ ਦਾ ਜਿਹੜਾ ਦਰਦ ਸੀ ਨਾ, ਉਹ ਇੱਕ ਇਹਨਾਂ ਯੋਧਿਆਂ ਨੂੰ ਹੋਇਆ। ਇਹਨਾਂ ਤਿੰਨਾਂ ਮੀਟਿੰਗ ਕੀਤੀ। ਪ੍ਰਸੰਗ ਤੇ ਕਾਫੀ ਲੰਬਾ ਹੈ, ਇਤਿਹਾਸ ਮੈਂ ਸੰਖੇਪ ਰੂਪ ਵਿੱਚ ਬੇਨਤੀ ਕਰਦੇ ਹਾਂ, ਕਿਉਂਕਿ 3 ਸਬਜੈਕਟ ਨੇ। ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੇ ਜਸਵੰਤ ਸਿੰਘ ਜੀ ਖਾਲੜਾ, ਇਹਨਾਂ ਦੀ ਸ਼ਹਾਦਤ, ਤੇ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ, ਇਹਨਾਂ ਦੀ ਸ਼ਹੀਦੀ। ਪਰ ਕਹਿੰਦੇ ਇਹਨਾਂ ਤਿੰਨਾਂ ਨੇ ਫਿਰ ਉਹ ਜਿਹੜੀ ਸੇਵਾ ਸੀ ਨਾ, ਆਪਾਂ ਕਾਫੀ ਕੁਝ ਇਹਨਾਂ ਤੋਂ ਸੁਣਾਂਗੇ। 10-15 ਮਿੰਟ ਇਹਨਾਂ ਨੂੰ ਮਿਲਣਗੇ ਭਾਈ ਅਮਰੀਕ ਸਿੰਘ ਜੀ ਨੂੰ। ਮੈਂ ਬੇਨਤੀ ਕਰਾਂ, ਕਹਿੰਦੇ ਇਹਨਾਂ ਤਿੰਨਾਂ ਨੇ ਫਿਰ ਉਹ ਪੂਰਾ ਰਾਏ ਮਸ਼ਵਰਾ ਕੀਤਾ, ਪਰ ਇਹ ਕੰਮ ਕੋਈ ਸੌਖਾ ਨਹੀਂ ਸੀ। ਔਰ ਕਹਿਣ ਲੱਗੇ ਵੀ ਇਹਦੇ ਤੱਕ ਪਹੁੰਚਣਾ ਹੈ ਬੜਾ ਔਖਾ। ਪਰ ਕਹਿੰਦੇ ਉਸ ਸਮੇਂ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ ਕਹਿਣ ਲੱਗੇ ਵੀ ਕੰਮ ਤਾਂ ਭਾਵੇਂ ਮੁਸ਼ਕਲ ਹੈ, ਪਰ ਜੇ ਗੁਰੂ ਚਾਹਵੇ ਤਾਂ ਮੁਸ਼ਕਲਾਂ ਦਾ ਵੀ ਹੱਲ ਆਪਣੇ ਆਪ ਕਰ ਦਿੰਦਾ ਹੈ। ਵੱਡੇ ਵੱਡੇ ਦਰਿਆ, ਅਟਕ ਦਰਿਆ ਵੀ ਰਾਹ ਛੱਡ ਦਿੰਦੇ ਨੇ, ਪਰ ਕਹਿੰਦੇ ਇਰਾਦੇ ਅਟੱਲ ਹੋਣੇ ਚਾਹੀਦੇ ਨੇ, ਮਨ ਦੇ ਵਿੱਚ ਭਾਵਨਾ ਤੇ ਕੌਮ ਲਈ ਦਰਦ ਹੋਣਾ ਚਾਹੀਦਾ ਹੈ। ਕਹਿਣ ਲੱਗੇ ਵੀ ਇਹਨੂੰ ਖਤਮ ਕਿਸੇ ਗੋਲੀ ਨਾਲ ਤੇ ਇਹਨੂੰ ਮਾਰ ਨਹੀਂ ਸਕਦੇ। ਮਨੁੱਖਤਾ ਨੂੰ ਬਚਾਉਣ ਦੇ ਵਾਸਤੇ ਭਾਈ ਦਿਲਾਵਰ ਸਿੰਘ ਕਹਿੰਦਾ ਮਨੁੱਖੀ ਬੰਬ ਬਣਨਾ ਪਏਗਾ। ਜੇ ਮਨੁੱਖਤਾ ਨੂੰ ਬਚਾਉਣਾ ਹੈ ਤਾਂ ਫਿਰ ਮਨੁੱਖੀ ਬੰਬ ਬਣਨਾ ਪਏਗਾ। ਚੰਡੀਗੜ੍ਹ ਆਏ, ਇੱਕ ਗੁਰਮੀਤ ਸਿੰਘ ਇੰਜੀਨੀਅਰ ਸੀ ਬੜਾ ਵੱਡਾ, ਉਹ ਵੀ ਨਾਲ ਮਿਲ ਗਿਆ। ਉਹ ਕਹਿੰਦਾ ਮੈਂ ਵੀ ਸੇਵਾ ਕਰਨੀ ਹੈ। ਉਹਨੇ ਇਹ ਸਾਰਾ ਕੁਝ RDX ਜੋ ਕੁਝ ਵੀ ਸੀ ਉਹ ਤਿਆਰ ਕੀਤਾ ਗਿਆ। ਉਸ ਤੋਂ ਬਾਅਦ ਕਹਿੰਦੇ ਉਹ ਸਾਰੀ ਤਿਆਰੀ ਹੋ ਚੁੱਕੀ ਹੈ। ਉਹ ਕਹਿੰਦੇ ਇਕੱਲੇ ਇਹਦੇ ਨਾਲ ਨਹੀਂ ਗੱਲ ਬਣਨੀ, ਇਹਦੇ ਲਈ ਇੱਕ ਅਮੈਸਟਰ ਕਾਰ ਵੀ ਚਾਹੀਦੀ ਹੈ, ਜਿੱਦਾਂ ਦੀ ਲੀਡਰਾਂ ਕੋਲ ਹੁੰਦੀ ਹੈ। ਕਹਿੰਦੇ ਉਸ ਸਮੇਂ ਭਾਈ ਦਿਲਾਵਰ ਸਿੰਘ, ਜਗਤਾਰ ਸਿੰਘ ਹਵਾਰਾ ਆਦਿਕ ਹੋਰ ਬੜੇ ਸਿੰਘਾਂ ਦਾ ਜ਼ਿਕਰ ਆਉਂਦਾ, ਪਰ ਇਹ ਦੋਵੇਂ ਦਿੱਲੀ ਗਏ ਨੇ। ਤੇ ਪ੍ਰਕਾਸ਼ ਦੱਤਾ ਨਾਮ ਦਾ ਇੱਕ ਜਿਹੜਾ ਪੇਂਟਰ ਸੀ, ਉਹਦੇ ਤੋਂ ਜਿਹੜੀ ਉਹ ਇੱਕ ਟੁੱਟੀ ਭੱਜੀ ਕਾਰ ਸੀ ਡੀਲਰ ਤੋਂ, ਉਹ ਸਾਰੀ ਕਾਰ ਖਰੀਦੀ, ਉਹਨੂੰ ਤਿਆਰ ਕੀਤਾ ਗਿਆ। ਸਕੂਟਰ ਤੇ ਇਹ ਚੰਡੀਗੜ੍ਹ ਤੋਂ ਦਿੱਲੀ ਸਕੂਟਰ ਤੇ ਗਏ। ਔਰ ਇਹਨਾਂ ਨੂੰ ਪਤਾ ਲੱਗਿਆ ਵੀ ਚੰਡੀਗੜ੍ਹ ਇਹਨਾਂ ਨੇ ਕੁਝ ਕੁ ਦਿਨੇ ਬਾਅਦ ਮੰਤਰੀ ਨੇ ਆਉਣਾ ਹੈ, ਕਿਉਂਕਿ ਜੇ ਦਿਲਾਵਰ ਸਿੰਘ ਜੀ ਸ਼ਹਾਦਤ ਦਾ ਜ਼ਿਕਰ ਕਰਨਾ ਹੈ ਤਾਂ ਫਿਰ ਕੁਝ ਕੁ ਪਿਛੋਕੜ ਵੀ ਲੈਣਾ ਪਏਗਾ ਵੀ ਇਹਦਾ ਕਾਰਨ ਕੀ ਸੀ। ਬੜਾ ਅਫਸੋਸ ਹੁੰਦਾ ਹੈ ਪੰਜਾਬ ਦੀ ਧਰਤੀ ਤੇ ਵੀ, ਕੁਝ ਕੁ ਇੱਥੇ ਵੀ, ਇਹਨਾਂ ਮੁਲਕਾਂ ਵਿੱਚ ਵੀ ਜਦੋਂ ਇਹਨਾਂ ਯੋਧਿਆਂ ਦਾ ਜ਼ਿਕਰ ਹੀ ਨਹੀਂ ਕੀਤਾ ਜਾਂਦਾ, ਇਹਨਾਂ ਦੀ ਯਾਦ ਹੀ ਨਹੀਂ ਮਨਾਈ ਜਾਂਦੀ। ਤੇ ਮੈਂ ਕਹਿੰਦਾ ਇੱਥੋਂ ਦੀਆਂ ਸੰਗਤਾਂ ਜਾਗਰਤ ਨੇ, ਔਰ ਭਾਵੇਂ ਉਹ ਪੁਰਾਣੇ ਨੇ ਭਾਵੇਂ ਨਵੇਂ ਨੇ ਪ੍ਰਬੰਧਕ, ਜੇ ਤੁਸੀਂ ਜਾਗੇ ਹੋਏ ਹੋ ਤਾਂ ਹੀ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਸ਼ਹੀਦਾਂ ਦੇ ਸਥਾਨਾਂ ਤੇ। ਨਹੀਂ ਤੇ ਖਿਮਾ ਕਰਿਓ, ਬਹੁਤ ਗੁਰਦੁਆਰਿਆਂ ਦੇ ਵਿੱਚ ਰਾਜਨੀਤੀ ਭਾਰੂ ਹੋ ਚੁੱਕੀ ਹੈ ਤੇ ਸਾਡੇ ਇਹਨਾਂ ਯੋਧਿਆਂ ਨੂੰ ਯਾਦ ਹੀ ਨਹੀਂ ਕੀਤਾ ਜਾਂਦਾ। ਜਦੋਂ ਕੌਮ ਦੀ ਪੰਥ ਦੀ ਗੱਲ ਕਰਨੀ ਹੈ, ਉਦੋਂ ਆਪਾਂ ਪਾਰਟੀਬਾਜ਼ੀ ਤੇ ਰਾਜਨੀਤੀ ਨੂੰ ਬਿਲਕੁਲ ਇੱਕ ਪਾਸੇ ਕਰਕੇ ਆਪਾਂ ਆਪਣੇ ਸ਼ਹੀਦਾਂ ਦੇ ਵੱਲ ਨਿਸ਼ਾਨਾ ਰੱਖਣਾ ਹੈ, ਉਹਨਾਂ ਨੂੰ ਯਾਦ ਕਰਨਾ ਹੈ। ਮਾੜੀਆਂ ਮੋਟੀਆਂ ਗੱਲਾਂ, ਤੇਰ ਮੇਰ ਆਦਿਕ ਗੁੱਸੇ ਗਿਲੇ ਤੇ ਚੱਲਦੇ ਰਹਿੰਦੇ ਨੇ, ਘਰਾਂ ਵਿੱਚ ਵੀ ਤੇ ਇਹ ਗੱਲਾਂ ਹੁੰਦੀਆਂ ਨੇ। ਖੈਰ ਮੈਂ ਬੇਨਤੀ ਕਰਾਂ, ਕਹਿੰਦੇ ਅਮੈਸਟਰ ਕਾਰ ਤਿਆਰ ਕੀਤੀ ਗਈ। ਪਤਾ ਲੱਗਿਆ
ਕਹਿੰਦੇ 30 ਅਗਸਤ ਨੂੰ ਕਹਿੰਦੇ ਮੰਤਰੀ ਨੇ ਇੱਥੇ ਚੰਡੀਗੜ੍ਹ ਦੇ ਵਿੱਚ ਪਹੁੰਚਣਾ ਹੈ। ਉਹਨਾਂ ਦੀ ਬੇਅੰਤ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਵੀ ਇਹਨੂੰ ਮਾਰਨਾ, ਉਹਦੀ ਜਗ੍ਹਾ ਭਾਵੇਂ ਕੋਈ ਵੀ ਹੁੰਦਾ, ਪਰ ਉਹਨਾਂ ਦੀ ਦੁਸ਼ਮਣੀ ਸੀ ਵੀ ਜਿਹੜਾ ਉਹ ਜ਼ੁਲਮ ਤੇ ਅਤਿਆਚਾਰ ਕਰ ਰਹੇ ਸਨ, ਜਿਹੜਾ ਜ਼ੁਲਮ ਹੋ ਰਿਹਾ ਸੀ, ਵੀ ਜੇ ਇਹ ਜ਼ੁਲਮ ਰੁਕਣਾ ਹੈ ਤਾਂ ਬੇਅੰਤੇ ਬੁੱਚੜ ਨੂੰ ਖਤਮ ਕਰਕੇ ਹੀ ਇਹ ਜ਼ੁਲਮ ਨੂੰ ਠੱਲ ਪੈ ਸਕਦੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਜੇ ਡੁੱਬਦੀ ਹੋਈ ਹਿੰਦ ਨੂੰ ਬਚਾਇਆ, ਉਸ ਜ਼ੁਲਮ ਦੇ ਦਰਿਆ ਨੂੰ ਠੱਲ ਕਿਵੇਂ ਪਈ? ਔਰੰਗਜ਼ੇਬ ਦੀਆਂ ਮਿੰਨਤਾਂ ਕਰਕੇ? ਨਹੀਂ, ਬਿਲਕੁਲ ਨਹੀਂ। ਉਸ ਜ਼ੁਲਮ ਦੇ ਦਰਿਆ ਨੂੰ ਠੱਲ ਪਈ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਸ਼ਹਾਦਤ ਦਿੱਤੀ, ਤਾਂ ਜ਼ੁਲਮ ਦਾ ਦਰਿਆ ਰੁਕਿਆ। ਜਿਵੇਂ ਪਾਣੀ ਨੂੰ ਰੋਕਣ ਲਈ ਬੰਨ੍ਹ ਲਾਉਣਾ ਪੈਂਦਾ ਹੈ, ਇਸੇ ਤਰ੍ਹਾਂ ਜੇ ਕਿਸੇ ਜ਼ੁਲਮ ਨੂੰ ਰੋਕਣਾ ਤੇ ਕੁਝ ਨਾ ਕੁਝ ਗਵਾਉਣਾ ਪੈਂਦਾ ਹੈ। ਥੋੜਾ ਗਵਾ ਲਈਦਾ ਤੇ ਬਹੁਤ ਕੁਝ ਬਚ ਜਾਂਦਾ ਹੈ। ਪਰ ਕਹਿੰਦੇ ਹੁਣ ਤਿੰਨਾਂ ਨੇ ਤਿਆਰੀ ਕੀਤੀ, ਸਾਰਾ ਕੁਝ ਉਹ ਪਲੈਨਿੰਗ ਕਰ ਦਿੱਤੀ ਗਈ, ਪਰ ਹੁਣ ਕਹਿੰਦੇ ਗੱਲ ਇੱਥੇ ਆ ਕੇ ਰੁਕ ਗਈ। ਦਿਲਾਵਰ ਸਿੰਘ ਕਹਿੰਦਾ ਮੈਂ ਜਾਣਾ ਹੈ, ਤੇ ਜਗਤਾਰ ਸਿੰਘ ਹਵਾਰਾ ਕਹਿੰਦਾ ਮੈਂ ਜਾਣਾ ਹੈ, ਤੇ ਬਲਵੰਤ ਸਿੰਘ ਰਾਜੋਆਣਾ ਕਹਿੰਦਾ ਮਨੁੱਖੀ ਬੰਬ ਮੈਂ ਬਣਨਾ ਹੈ, ਤੇ ਗੁਰਮੀਤ ਸਿੰਘ ਇੰਜੀਨੀਅਰ ਕਹਿੰਦਾ ਮੈਂ ਬਣਨਾ ਹੈ। ਜੋ ਲਿਖਣ ਵਾਲਿਆਂ ਨੇ ਲਿਖਿਆ, ਹੁਣ ਮੈਂ ਤਾਂ ਮਾੜੀ ਹੁੰਦੀ ਹੈ, ਪਰ ਇਹਨਾਂ ਦੀ ਮੈਂ ਦੇਖੋ ਕਿੱਥੇ ਨਿਰਭਰ ਕਰ ਰਹੀ ਹੈ। ਨਹੀਂ ਤੇ ਬੰਦਾ ਕਹਿੰਦਾ ਮੈਂ ਲੀਡਰ ਬਣਨਾ ਹੈ, ਬੰਦਾ ਕਹਿੰਦਾ ਮੈਨੂੰ ਅਹੁਦਾ ਚਾਹੀਦਾ, ਉਹ ਕਹਿੰਦਾ ਮੈਨੂੰ ਚਾਹੀਦਾ ਹੈ। ਪਰ ਉਹਨਾਂ ਨੂੰ ਪਤਾ ਵੀ ਜਿਹੜੀ ਮੈਂ ਅਸੀਂ ਕਰ ਰਹੇ ਹਾਂ, ਇਸੇ ਮੈਂ ਦੇ ਵਿੱਚੋਂ ਤੂੰ ਨੇ ਪ੍ਰਗਟ ਹੋਣਾ ਹੈ। ਭਗਤ ਕਬੀਰ ਸਾਹਿਬ ਦਾ ਬਚਨ ਪੜ੍ਹ ਲਓ, ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਇਹ ਨਹੀਂ ਵੀ ਕੇਵਲ ਲੰਘ ਚੁੱਕੇ ਸਮੇਂ ਵਿੱਚ ਹੀ ਇਹ ਗੱਲਾਂ ਹੋਈਆਂ ਨੇ। ਮੌਜੂਦਾ ਆ 92-93 ਦਾ ਦਰਦ ਬੜਿਆਂ ਨੇ ਹੰਢਾਇਆ ਆਪਣੇ ਤਨ ਪਿੰਡੇ ਦੇ ਉੱਪਰ। ਇਹ ਲੰਘ ਚੁੱਕੇ ਸਮੇਂ ਦੀ ਹੀ ਗੱਲ ਨਹੀਂ, ਇਹ ਇਹਨਾਂ ਸਮਿਆਂ ਵਿੱਚ ਵੀ ਗੱਲਾਂ ਹੋਈਆਂ ਨੇ। ਕਹਿੰਦੇ ਤਿੰਨਾਂ ਚੌਵਾਂ ਜਾਣਿਆਂ ਨੇ, ਉਹ ਕਹਿੰਦਾ ਮੈਂ ਮਨੁੱਖੀ ਬੰਬ ਬਣਨਾ, ਉਹ ਕਹਿੰਦਾ ਮੈਂ ਬਣਨਾ। ਇੰਨੇ ਵੱਡੇ ਉਹਨਾਂ ਕੋਲ ਅਹੁਦੇ ਨੇ, ਪਰ ਗੱਲ ਕਹਿੰਦੇ ਨਿਬੜਨ 'ਚ ਹੀ ਨਹੀਂ ਆ ਰਹੀ। ਕਈਆਂ ਨੇ ਲਿਖਿਆ ਵੀ ਇੱਕ ਚਾਂਦੀ ਦਾ ਰੁਪਇਆ ਉਹਦਾ ਟੈਕਸ ਕੀਤਾ, ਕਈਆਂ ਲਿਖਿਆ ਵੀ ਪਰਚੀਆਂ ਵੀ ਪਾਈਆਂ ਗਈਆਂ। 2 ਪਰਚੀਆਂ ਪਾ ਦਿੱਤੀਆਂ ਗਈਆਂ ਜਾਂ ਟੈਕਸ ਕੀਤਾ, ਕਹਿੰਦੇ ਉਹ ਪਰਚੀਆਂ ਸਿੱਟੀਆਂ ਗਈਆਂ। ਇੱਕ ਦੇ ਵਿੱਚ ਇਹ ਲਿਖ ਦਿੱਤਾ ਗਿਆ ਸੀ ਵੀ ਜਿਹਨੂੰ ਇਹ ਪਰਚੀ ਨਿਕਲੂਗੀ ਕਹਿੰਦੇ ਉਹੀ ਜਾਏਗਾ ਤੇ ਦੂਜਾ ਨਹੀਂ। ਕਹਿੰਦੇ 2 ਦਾ ਜ਼ਿਕਰ ਸੀ ਉਹਦੇ ਵਿੱਚ, ਇੱਕ ਤਾਂ ਜ਼ਿਕਰ ਸੀ ਬਲਵੰਤ ਸਿੰਘ ਰਾਜੋਆਣੇ ਦਾ, ਤੇ ਇੱਕ ਪਰਚੀ ਵਿੱਚ ਜ਼ਿਕਰ ਸੀ ਭਾਈ ਦਿਲਾਵਰ ਸਿੰਘ ਦਾ। ਜਿਉਂ ਹੀ ਪਰਚੀਆਂ ਸੁੱਟੀਆਂ, ਕਹਿੰਦੇ ਚੁੱਕੋ ਪਰਚੀ, ਕਹਿੰਦੇ ਦਿਲਾਵਰ ਸਿੰਘ ਨੇ ਪਰਚੀ ਚੁੱਕੀ ਤੇ ਨਾਂ ਦਿਲਾਵਰ ਸਿੰਘ ਦਾ ਹੀ ਨਿਕਲਿਆ। ਨਹੀਂ ਤੇ ਕਈ ਦਫਾ ਆਪਾਂ ਨਾ ਘਰਾਂ ਵਿੱਚ ਪਰਚੀਆਂ ਪਾ ਲੈਂਦੇ ਆ ਵੀ ਚਲੋ ਪਰਚੀ ਪਾ ਕੇ ਦੇਖ ਲੈਂਦੇ ਵੀ ਗੁਰੂ ਸਾਹਿਬ ਨੂੰ ਕੀ ਮਨਜ਼ੂਰ ਹੈ। ਜੇ ਤੇ ਉਹਦੇ ਵਿੱਚ ਲਿਖਿਆ ਹੋਵੇ ਨਹੀਂ, ਫਿਰ ਵੀ ਆਪਾਂ ਪਰਚੀ ਦੀ ਪਰਵਾਹ ਨਹੀਂ ਕਰਦੇ, ਆਪਾਂ ਕਹਿੰਦੇ ਨਹੀਂ ਆਪਾਂ ਕਰ ਹੀ ਲੈਂਦੇ ਆ। ਪਰ ਉਹਦੇ ਵਿੱਚ ਨਾਮ ਲਿਖ ਲਿਆ ਦਿਲਾਵਰ ਸਿੰਘ ਦਾ, ਜਦੋਂ ਨਾਮ ਲਿਖ ਲਿਆ ਤੇ ਉੱਚੀ ਜਕਾਰੇ ਛੱਡਦਾ। ਇੰਨੀ ਖੁਸ਼ੀ ਹੋਈ ਜਿਵੇਂ ਕਿਸੇ ਆਮ ਬੰਦੇ ਨੂੰ ਲਾਟਰੀ ਨਿਕਲ ਆਉਂਦੀ ਹੈ। ਬੜਾ ਖੁਸ਼ ਹੋਇਆ ਦਿਲਾਵਰ ਸਿੰਘ, ਕਹਿੰਦਾ ਇਹ ਸੇਵਾ ਤਾਂ ਗੁਰੂ ਨੇ ਮੈਨੂੰ ਬਖਸ਼ ਦਿੱਤੀ ਹੈ। ਉਸੇ ਵਕਤ ਕਹਿੰਦੇ ਤਿਆਰੀ ਹੋਈ, ਔਰ ਭਾਈ ਦਿਲਾਵਰ ਸਿੰਘ ਨੇ ਉਹ ਮੈਸਟਰ ਕਾਰ ਜਿੱਥੋਂ ਉਸ ਬੇਅੰਤ ਬੁੱਚੜ ਨੇ ਨਿਕਲ ਕੇ ਆਉਣਾ ਸੀ, ਕਹਿੰਦੇ ਉੱਥੇ ਬੜੀ ਪੁਲਿਸ ਆਦਿਕ ਪਹਿਰਾ ਬੜਾ ਸਖਤ ਹੈ। 100 ਤੋਂ ਵੀ ਵੱਧ ਉਹਦੇ ਆਲੇ ਦੁਆਲੇ ਕਹਿੰਦੇ ਪਹਿਰਾ ਲੱਗਿਆ ਹੋਇਆ ਸੀ। ਪਰ ਇਹ ਗੱਡੀ ਵਿੱਚ ਬਹਿੰਦਾ, ਸਾਰਾ ਕੁਝ ਆਪਣੇ ਨਾਲ ਬੰਨ੍ਹ ਕੇ, RDX ਸਾਰਾ ਕੁਝ ਬੰਨ੍ਹ ਕੇ, ਉਹ ਗੱਡੀ ਜਿਹੜੀ ਬਿਲਕੁਲ ਉਹੀ ਨੰਬਰ ਪਲੇਟ ਸਭ ਕੁਝ ਇਨ ਬਿਨ। ਵੇਖੋ ਦਿਲ ਕਿੰਨਾ ਵੱਡਾ ਹੈ, ਸੋਚ ਕੇ ਜਰਾ ਦੇਖੀਏ ਆਪਾਂ ਵੀ ਕਿੰਨਾ ਹੌਸਲਾ ਹੈ। ਪਰ ਦਿਲਾਵਰ ਸਿੰਘ ਨਹੀਂ ਸੀ ਕੁਝ ਕਰ ਸਕਦਾ। ਇਹ ਸੇਵਾ ਗੁਰੂ ਸਾਹਿਬ ਆਪ ਆਪਣੇ ਸਿੱਖ ਤੋਂ ਲੈ ਰਹੇ ਸਨ। ਇੱਕ ਸਿੱਖ ਦੀ ਕੁਰਬਾਨੀ ਨੇ ਪਤਾ ਨਹੀਂ ਕਿੰਨੀਆਂ ਕੁ ਜਵਾਨੀਆਂ ਬਚਾਉਣੀਆਂ ਸਨ। ਜ਼ੁਲਮ ਦੇ ਤਾਂ ਦਰਿਆ ਵਗ ਤੁਰੇ ਸਨ। ਕਹਿੰਦੇ ਦਿਲਾਵਰ ਸਿੰਘ ਉਹ ਗੱਡੀ ਲਾਗੇ ਮੈਸਟਰ ਕਾਰ ਨੇੜੇ ਲੈ ਕੇ ਜਾਂਦਾ, ਭਾਵੇਂ ਕਈ ਆਲੇ ਦੁਆਲੇ ਦੇਖ ਰਹੇ ਸਨ, ਪਤਾ ਨਹੀਂ ਸੀ ਲੱਗ ਰਿਹਾ ਕਿਉਂਕਿ ਵਰਦੀ ਸੇਮ ਹੀ ਪਾਈ ਹੋਈ ਸੀ। ਜਦੋਂ ਐਨ ਲਾਗੇ ਗਿਆ ਤੇ ਉਧਰੋਂ ਉਹ ਆ ਰਿਹਾ ਜ਼ੁਲਮ ਕਰਨ ਵਾਲਾ ਬੇਅੰਤ ਸਿਉਂ, ਕਹਿੰਦੇ ਬਿਲਕੁਲ ਲਾਗੇ ਜਾ ਕੇ ਕਹਿੰਦੇ ਉਸ ਗੱਡੀ ਦੇ ਵਿੱਚ ਬਹਿ ਜਾਂਦਾ ਹੈ। ਤੇ ਜਿਉਂ ਹੀ ਰਿਮੋਟ ਕੰਟਰੋਲ ਬਟਨ ਹੱਥ ਵਿੱਚ ਹੀ ਹੈ, ਤੇ ਜਿਉਂ ਹੀ ਬਟਨ ਦੱਬਿਆ ਤੇ ਚੀਥੜੇ ਉੱਡ ਗਏ ਨਾਲ ਦੀ ਨਾਲ ਹੀ। ਉਹ ਫੋਟੋਆਂ ਰੀਅਲ ਫੋਟੋਆਂ ਵੀ ਤੁਸੀਂ ਦੇਖ ਸਕਦੇ ਹੋ। ਭਾਵੇਂ ਉਹ ਦਿਲਾਵਰ ਸਿੰਘ, ਮੈਂ ਕਹਿੰਦਾ ਧੰਨ ਉਹ ਮਾਂ, ਧੰਨ ਉਹ ਪਿਤਾ ਤੇ ਧੰਨ ਉਹ ਯੋਧਾ।
ਇਹ ਸੇਵਾ ਪਤਾ ਨਹੀਂ ਪ੍ਰਮਾਤਮਾ ਨੇ ਕੀ ਤੋਂ ਲੈਣੀ ਹੈ, ਕਿਸ ਰੂਪ ਦੇ ਵਿੱਚ ਲੈ ਲੈਣੀ ਹੈ। ਅਨੇਕ ਭਾਂਤ ਕਰ ਸੇਵਾ ਕਰੀਏ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਤੇ ਜਿੱਥੇ ਇਹ ਦਿਲਾਵਰ ਸਿੰਘ ਮਨੁੱਖੀ ਬੰਬ ਬਣ ਕੇ ਆਪ ਭਾਵੇਂ ਉੱਡ ਗਿਆ, ਮਨੁੱਖੀ ਬੰਬ ਬਣ ਕੇ, ਪਰ ਮਨੁੱਖਤਾ ਨੂੰ ਬਚਾ ਗਿਆ। ਉਸ ਤੋਂ ਬਾਅਦ ਹੀ ਜਾ ਕੇ ਕਿਤੇ ਜ਼ੁਲਮ ਦਾ ਦਰਿਆ ਨੂੰ ਠੱਲ ਪਈ ਸੀ। ਤੇ ਅੱਜ ਉਸ ਮਹਾਨ ਯੋਧੇ ਦਾ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਜਿੱਥੇ ਉਹਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਤੇ ਨਾਲ ਹੀ ਆਪਾਂ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ, ਤਿੰਨਾਂ ਦੀ ਯਾਦ ਵਿੱਚ ਵੀ ਆਪਾਂ ਜੁੜੇ ਹਾਂ। ਤੇ ਮੈਂ ਪਹਿਲਾਂ ਜਿਹੜੀ ਅਰਜ਼ ਕੀਤੀ ਸੀ ਉਸ ਵਿਸ਼ੇ ਨੂੰ ਥੋੜਾ ਜਿਹਾ ਟੱਚ ਕਰਕੇ ਫਤਿਹ ਦੀ ਆਪਾਂ ਸਾਂਝ ਕਰਾਂਗੇ। ਤੇ ਕਬੀਰ ਪਾਰਕ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜੇ ਦਾ ਘਰ ਸੀ। ਉੱਥੋਂ ਨਾਲ ਦੀ ਨਾਲ ਕਹਿੰਦੇ ਇਹਨੂੰ ਗ੍ਰਿਫਤਾਰ ਜਦੋਂ ਕੀਤਾ ਗਿਆ ਤੇ ਜਸਵੰਤ ਸਿੰਘ ਜੀ ਖਾਲੜਾ ਜਦੋਂ ਘਰੋਂ ਨਿਕਲਣ ਲੱਗੇ ਤਾਂ ਆਪਣੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਹਿਣ ਲੱਗੇ, ਭਲੀਏ ਬੱਚੇ ਪੜ੍ਹਾ ਲੇਂਗੀ ਤੂੰ। ਪਰ ਉਸ ਰਮਜ ਨੂੰ ਕੋਈ ਸਮਝ ਨਹੀਂ ਸੀ ਸਕਦਾ। ਇਹਨਾਂ ਬੱਚਿਆਂ ਨੂੰ ਪੜ੍ਹਾ ਲੇਂਗੀ ਤੂੰ ਤਾਂ ਅੱਗੋਂ ਉਹ ਬੀਬੀ ਦੇ ਦਰਸ਼ਨ ਤੁਸੀਂ ਵੀ ਇੱਥੇ ਕੀਤੇ ਨੇ, ਕਿੰਨੇ ਦਫਾ ਆਈ ਹੈ। ਪਰ ਬੜਾ ਅਫਸੋਸ ਹੋਇਆ ਜਦੋਂ ਉਹ ਬੀਬੀ ਖਡੂਰ ਸਾਹਿਬ ਦੀ ਧਰਤੀ ਤੋਂ ਆਪਣੀ ਕੌਮ ਦੇ ਵਾਸਤੇ, ਪੰਥ ਦੇ ਵਾਸਤੇ ਵੋਟਾਂ ਲੈਣ ਲਈ ਉਹ ਖੜੀ ਹੋਈ ਕਿ ਮੈਂ ਪਾਰਲੀਮੈਂਟ ਵਿੱਚ ਪਹੁੰਚਾਂ ਤੇ ਆਪਣੇ ਪੰਥ ਦੀ ਤੇ ਕੌਮ ਦੀ ਗੱਲ ਕਰਾਂ ਤੇ ਆਪਣੇ ਸ਼ਹੀਦਾਂ ਨੂੰ ਮੈਂ ਯਾਦ ਕਰਾਂ। ਤੇ ਜਿਹੜੇ ਜਿਉਂਦੇ ਸ਼ਹੀਦ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਛਡਾਉਣ ਦੇ ਵਾਸਤੇ ਮੈਂ ਪਾਰਲੀਮੈਂਟ ਵਿੱਚ ਪਹੁੰਚਾਂਗੀ ਤੇ ਗੱਲ ਕਰਾਂਗੀ। ਤੇ ਕਿੰਨੇ ਅਸੀਂ ਕਿਰਤ ਘਣ ਲੋਕ ਹਾਂ। ਖਡੂਰ ਸਾਹਿਬ ਦੀ ਧਰਤੀ ਤੇ, ਖਡੂਰ ਸਾਹਿਬ ਦੇ ਉੱਤੇ ਰਹਿਣ ਵਾਲੇ ਉਹਨਾਂ ਲੋਕਾਂ ਨੇ ਪਰਮਜੀਤ ਕੌਰ ਬੀਬੀ ਉਸ ਖਾਲੜਾ ਨੂੰ ਕਹਿੰਦੇ ਵੋਟਾਂ ਨਹੀਂ ਪਾਈਆਂ, ਸਗੋਂ ਉਹਨੂੰ ਹਰਾ ਦਿੱਤਾ ਹੈ। ਤੇ ਬਾਅਦ ਵਿੱਚ ਫਿਰ ਗੁਰਦੁਆਰੇ ਜਾ ਕੇ ਕਹਿਣਗੇ ਰਾਜ ਕਰੇਗਾ ਖਾਲਸਾ, ਖਾਲਸਾ ਰਾਜ ਕਰੂਗਾ। ਪਰ ਤੁਹਾਡੇ ਵਰਗੇ ਜਿੰਨਾ ਚਿਰ ਬੁੱਚੜ ਨੇ ਓਨਾ ਚਿਰ ਨਹੀਂ ਖਾਲਸੇ ਦਾ ਰਾਜ ਹੋਣਾ। ਇੱਕ ਉਸ ਸ਼ਹੀਦ ਦੀ ਪਤਨੀ ਨੂੰ ਉਹ ਤਾਂ ਘਰੇ ਵੀ ਬੈਠੀ ਹੋਵੇ ਨਾ, ਤੁਹਾਨੂੰ ਘਰੇ ਬੈਠੀ ਨੂੰ ਜਿਤਾ ਦਈਏ ਆਪਾਂ, ਪਰ ਸ਼ਹੀਦ ਦੀ ਪਤਨੀ ਹੋਵੇ ਤੇ ਗਲ ਦੇ ਵਿੱਚ ਪੱਲੂ ਪਾ ਕੇ ਸਾਡੇ ਤੋਂ ਵੋਟਾਂ ਮੰਗੇ, ਪਰ ਉਹ ਲੋਕ ਜਿੱਤ ਜਾਣ ਜਿਨ੍ਹਾਂ ਨੇ ਐਡਾ ਵੱਡਾ ਤੇ ਜ਼ੁਲਮ ਅਤਿਆਚਾਰ ਕੀਤਾ। ਪਰਮਜੀਤ ਕੌਰ ਖਾਲੜਾ ਨੂੰ ਕਹਿੰਦੇ ਜਸਵੰਤ ਸਿੰਘ ਜੀ ਖਾਲੜਾ ਕਹਿਣ ਲੱਗੇ ਬੱਚੇ ਪੜ੍ਹਾ ਲੇਂਗੀ। ਉਹ ਕਹਿਣ ਲੱਗੀ ਅੱਗੇ ਵੀ ਗੁਰੂ ਆਸਰੇ ਹੈ ਤੇ ਹੁਣ ਵੀ ਗੁਰੂ ਆਸਰੇ ਹੈ। ਤੇ ਤੁਸੀਂ ਜਿਹੜੀ ਕੌਮ ਨੇ, ਪੰਥ ਨੇ ਤੁਹਾਨੂੰ ਡਿਊਟੀ ਲਗਾਈ ਹੈ, ਸੇਵਾ ਤੁਸੀਂ ਆਪਣਾ ਕਾਰਜ ਕਰੋ। 25,000 ਉਹ ਲਵਾਰਸ਼ ਲਾਸ਼ਾਂ ਜਿਨ੍ਹਾਂ ਦੇ ਨਾਲ ਜਸਵੰਤ ਸਿੰਘ ਖਾਲੜੇ ਦੀ ਕੋਈ ਰਿਸ਼ਤੇਦਾਰੀ ਨਹੀਂ, ਕੋਈ ਚਾਚੇ ਤਾਏ ਦਾ ਪੁੱਤਰ ਨਹੀਂ, ਕੋਈ ਵੀ ਰਿਸ਼ਤੇਦਾਰੀ ਨਹੀਂ। ਅੱਜ ਅਸੀਂ ਉਹਨਾਂ ਨੂੰ ਰਿਸ਼ਤੇਦਾਰ ਮੰਨਦੇ ਹਾਂ ਜਿਨ੍ਹਾਂ ਦੇ ਨਾਲ ਸਾਡਾ ਖੂਨ ਦਾ ਰਿਸ਼ਤਾ ਹੋਵੇ। ਜ਼ਰੂਰੀ ਨਹੀਂ ਵੀ ਖੂਨ ਦਾ ਰਿਸ਼ਤਾ ਹੀ ਰਿਸ਼ਤੇਦਾਰ ਹੁੰਦਾ ਹੈ। ਭਾਈ ਲਹਿਣੇ ਦਾ ਗੁਰੂ ਨਾਨਕ ਸਾਹਿਬ ਨਾਲ ਕੀ ਰਿਸ਼ਤਾ ਸੀ? ਸ੍ਰੀ ਚੰਦ ਤੇ ਲਖਮੀ ਦਾਸਤਾ ਦਾ ਸੀ, ਪਰ ਉਹਨਾਂ ਨੂੰ ਤੇ ਗੁਰਤਾ ਗੱਦੀ ਨਹੀਂ ਨਾ ਮਿਲੀ। ਇਹ ਰਿਸ਼ਤੇ ਖੂਨ ਕਰਕੇ ਨਹੀਂ, ਇਹ ਰਿਸ਼ਤੇ ਹੁੰਦੇ ਨੇ ਇਨਸਾਨੀਅਤ ਕਰਕੇ। ਖੂਨ ਦੇ ਰਿਸ਼ਤੇ ਕਈ ਦਫਾ ਤੁਹਾਡਾ ਬੁਰਾ ਸੋਚਣਗੇ ਤੇ ਕਈ ਦਫਾ ਜੇ ਖੂਨ ਦੇ ਰਿਸ਼ਤੇ ਨਹੀਂ, ਉਹ ਤੁਹਾਨੂੰ ਹੋ ਸਕਦਾ ਕਿਸੇ ਤਣ ਪੱਤਣ ਵੀ ਲਾ ਦੇਣ। ਖੈਰ ਜਿਹੜੀ ਬੇਨਤੀ ਕਰ ਲੱਗਾ ਸਾਂ, ਕਹਿੰਦੇ ਜਸਵੰਤ ਸਿੰਘ ਜੀ ਖਾਲੜਾ ਨੂੰ ਘਰੋਂ ਚੁੱਕਦੇ ਨੇ ਕਿਉਂਕਿ 6 ਸਤੰਬਰ ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਪਹਿਲਾਂ ਤਾਂ ਜਿਹੜਾ ਇਜ਼ਹਾਰ ਆਲਮ ਸੁਮੇਧ ਸੈਣੀ, ਕਿਉਂਕਿ ਜੇ ਉਹਨਾਂ ਦੀ ਗੱਲ ਕਰਨੀ ਹੈ ਨਾਂ ਲੈਣਾ ਪਏਗਾ। KPS ਗਿੱਲ ਵਰਗਿਆਂ ਨੇ ਇਹਨਾਂ ਨੇ ਚੁੱਕਿਆ ਜਸਵੰਤ ਸਿੰਘ ਖਾਲੜਾ ਨੂੰ। ਤੇ ਜਿਹੜਾ ਅਜੀਤ ਸਿੰਘ ਸੰਧੂ ਸੀ, ਇਹ ਬੜਾ ਜ਼ਾਲਮ ਸੀ। ਇਹ ਆਪਣੇ ਮਾਨਾਂ ਵਾਲੇ ਫਾਰਮ ਪਿੰਡ ਦੇ ਵਿੱਚ ਲੈ ਗਿਆ। ਉੱਥੇ ਜਸਵੰਤ ਸਿੰਘ ਖਾਲੜਾ ਦੇ ਉੱਪਰ ਬਹੁਤ ਜ਼ੁਲਮ ਅਤਿਆਚਾਰ ਕੀਤਾ ਗਿਆ। ਕਿਹੜਾ ਬਾਬਾ ਜਸਵੰਤ ਸਿੰਘ ਖਾਲੜੇ ਦੀ ਗੱਲ ਕਰਦਾ ਹੈ? ਕਿਹੜਾ ਪ੍ਰਚਾਰਕ ਜਿਹੜਾ ਇਹਨਾਂ ਦੀ ਗੱਲ ਕਰਦਾ ਹੈ? ਜਦੋਂ ਇਹ ਆਉਂਦੇ ਨੇ ਇਹਨਾਂ ਨੂੰ ਪੁੱਛਿਆ ਤਾਂ ਕਰੋ ਥੋੜਾ ਬਹੁਤਾ, ਜਿਨ੍ਹਾਂ ਨੂੰ ਪੰਥ ਪ੍ਰਸਿੱਧ ਦੇ ਖਿਤਾਬ ਆਪਾਂ ਦਿੱਤੇ ਨੇ, ਵੀ ਤੁਸੀਂ ਇਹਨਾਂ ਦੀ ਗੱਲ ਕਿਉਂ ਨਹੀਂ ਕਰਦੇ? ਕਹਿੰਦੇ ਉਸ ਸਮੇਂ ਉੱਥੇ ਬੜਾ ਜ਼ੁਲਮ ਅਤਿਆਚਾਰ ਕੀਤਾ ਗਿਆ। ਕਾਨੂੰਨ ਦੇ ਦਾਇਰੇ ਵਿੱਚ ਨਹੀਂ ਰਹਿ ਕੇ ਸਗੋਂ ਕਾਨੂੰਨ ਦੀਆਂ ਧੱਜੀਆਂ ਉਠਾ ਕੇ ਇੰਨਾ ਕੁ ਜ਼ੁਲਮ ਕੀਤਾ ਗਿਆ। ਤੇ ਜਸਵੰਤ ਸਿੰਘ ਖਾਲੜਾ ਜੀ ਦੇ ਉੱਪਰ ਉਸ ਤੋਂ ਬਾਅਦ ਉਹਨੂੰ ਗੱਡੀ ਵਿੱਚ ਸੁੱਟ ਕੇ ਜਸਵੰਤ ਸਿੰਘ ਖਾਲੜਾ ਜੀ ਨੂੰ ਪੱਟੀ ਲੈ ਗਏ, ਭਾਵ ਜਿੱਥੇ ਦਰਿਆ ਵਗਦਾ ਪਿਆ ਹੈ ਉੱਥੇ ਬਹਿ ਕੇ ਇਹਨਾਂ ਨੇ ਇੱਕ ਬੰਨੇ ਪਹਿਲਾਂ ਤਾਂ ਰੱਜ ਕੇ ਸ਼ਰਾਬਾਂ ਪੀਤੀਆਂ, ਨਸ਼ੇ ਦੇ ਵਿੱਚ ਐਨ ਧੁੱਤ ਹੋ ਗਏ। ਤੇ ਉਸ ਤੋਂ ਬਾਅਦ ਕਹਿੰਦੇ ਅਜੇ ਜਸਵੰਤ ਸਿੰਘ ਖਾਲੜਾ ਜੀ ਦੇ ਥੋੜੇ ਥੋੜੇ ਸਵਾਸ ਚੱਲ ਰਹੇ ਸਨ। ਇਹ ਤਿੰਨੋਂ ਚਾਰੋਂ ਜਾਣੇ ਆਲੇ ਦਾਲੇ ਖਲੋਤੇ ਨੇ, ਨਸ਼ੇ ਵਿੱਚ ਮਸਤ ਨੇ। ਤੇ ਜਸਵੰਤ ਸਿੰਘ ਖਾਲੜਾ ਜੀ ਨੂੰ ਕਹਿਣ ਲੱਗੇ, ਕਹਿੰਦੇ ਉਹ ਤੂੰ ਕੀ ਖੱਟਿਆ ਕਹਿੰਦੇ ਇਹਦੇ ਵਿੱਚੋਂ, ਨਾਲੇ ਸਾਨੂੰ ਦੁਖੀ ਕੀਤਾ, ਨਾਲੇ ਸਾਡਾ ਟਾਈਮ ਤੂੰ ਖਰਾਬ ਕਰਿਆ,
ਨਾਲੇ ਤੂੰ ਮਰ ਚੱਲਿਆ। ਕਹਿੰਦੇ ਤੂੰ ਕੀ ਖੱਟਿਆ? ਕਹਿੰਦੇ ਜਸਵੰਤ ਸਿੰਘ ਖਾਲੜਾ ਜੀ ਦੇ ਵੇਖੋ ਸਵਾਸ ਚੱਲ ਰਹੇ ਨੇ, ਤੇ ਉਹ ਅੱਗੋਂ ਕਹਿੰਦੇ ਉਹ ਦੁਸ਼ਟੋ, ਜਿਹੜਾ ਮੈਂ ਖੱਟ ਚੱਲਿਆ ਨਾ ਉਹ ਤੁਸੀਂ ਕਦੇ ਖੱਟ ਹੀ ਨਹੀਂ ਸਕਦੇ। ਤੁਸੀਂ ਜਿਉਂਦੇ ਜੀ ਤਾਂ ਕੀ ਖੱਟਣਾ ਹੈ, ਤੁਸੀਂ ਮਰਨ ਤੋਂ ਬਾਅਦ ਤਾਂ ਕੀ ਖੱਟਣਾ, ਤੁਸੀਂ ਜਿਉਂਦੇ ਜੀ ਵੀ ਨਹੀਂ ਖੱਟ ਸਕਦੇ। ਤੇ ਉਹ ਕਹਿਣਗੇ ਕੀ ਤੂੰ ਕੀ ਕੀਤਾ ਇਹ ਕੁਰਬਾਨੀ ਕਰਕੇ? ਉਹ ਕਹਿੰਦੇ ਨਹੀਂ, ਇਹ ਕੁਰਬਾਨੀ, ਇਹ ਸ਼ਹਾਦਤ ਮੇਰੇ ਗੁਰੂ ਨੇ ਮੈਨੂੰ ਬਖਸ਼ੀਏ ਨੇ। ਤੇ ਬੜੇ ਨੇ ਲੋਕ, ਅਜੀਤ ਸਿੰਘ ਸੰਧੂ ਤੇ ਇਹ KPS ਗੱਲ ਵਰਗੇ, ਇਹ ਕਹਿੰਦੇ ਸਨ ਜਦੋਂ ਤੂੰ ਪੰਜਾਬ ਆਏਗਾ ਤੂੰ ਗੱਲ ਕਰਦਾ ਮਨੁੱਖਤਾ ਦੀ, 25,000 ਇਹਨਾਂ ਲਵਾਰਸ਼ ਲਾਸ਼ਾਂ ਦੀ, ਤਰਨ ਤਾਰਨ ਪੱਟੀ ਆਦਿਕ ਸਾਰੀਆਂ ਲਾਸ਼ਾਂ ਦਾ ਹਿਸਾਬ ਕਹਿੰਦੇ ਜਸਵੰਤ ਸਿੰਘ ਖਾਲੜਾ ਮੰਗ ਰਿਹਾ ਸੀ ਤੇ ਪਾਰਲੀਮੈਂਟ ਤੱਕ ਵੀ ਗਿਆ ਸੀ। ਉਹ ਕਹਿਣ ਲੱਗੇ ਜਿੱਥੇ 25,000 ਲਾਸ਼ਾਂ ਦਾ ਤੂੰ ਹਿਸਾਬ ਮੰਗਦਾ, ਤੂੰ ਆ ਤਾਂ ਸਹੀ ਪੰਜਾਬ, 25,001 ਦੇ ਵਿੱਚ ਕਹਿੰਦੇ ਤੈਨੂੰ ਸ਼ਾਮਲ ਕਰਨਾ ਹੈ। ਤੇ ਜਸਵੰਤ ਸਿੰਘ ਖਾਲੜਾ ਕਹਿੰਦਾ ਮੈਨੂੰ ਕੋਈ ਪਰਵਾਹ ਨਹੀਂ, ਕਿਉਂਕਿ ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਭਾਵੇਂ ਕਹਿੰਦੇ ਜਸਵੰਤ ਸਿੰਘ ਜੀ ਖਾਲੜਾ ਨੂੰ ਸ਼ਹੀਦ ਕਰਕੇ ਇਹਨਾਂ ਨੇ ਉਸ ਪੱਟੀ ਦੇ ਲਾਗੇ ਦਰਿਆ ਦੇ ਵਿੱਚ ਵਗਾ ਦਿੱਤਾ, ਸੁੱਟ ਦਿੱਤਾ ਗਿਆ, ਯੋਧੇ ਦੀ ਸ਼ਹਾਦਤ ਹੋਈ। ਪਰ ਕਹਿੰਦੇ ਜਿਹੜਾ ਅਜੀਤ ਸਿੰਘ ਸੰਧੂ ਸੀ ਨਾ, ਜਦੋਂ ਇਹਨੇ ਇਹ ਜ਼ੁਲਮ ਕੀਤਾ ਸੀ, ਜ਼ੁਲਮ ਤੋਂ ਇੰਨਾ ਕੁ ਡਰਿਆ, ਉਹਦੀ ਰੂਹ ਇੰਨੀ ਕੁ ਕੰਬ ਉੱਠੀ, ਰੇਲ ਦੀ ਪਟੜੀ ਤੇ ਜਾ ਕੇ ਕਹਿੰਦੇ ਆਤਮ ਹੱਤਿਆ ਕਰ ਲਈ। ਵੇਖੋ ਮਰ ਦੋਵੇਂ ਗਏ ਨੇ, ਇੱਕ ਤਾਂ ਯੋਧਾ ਅੰਤਮ ਸਵਾਸਾਂ ਤੱਕ, ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਜਸਵੰਤ ਸਿੰਘ ਖਾਲੜਾ ਜੀ ਨੂੰ ਤਾਂ ਆਪਾਂ ਯਾਦ ਕਰ ਰਹੇ ਹਾਂ, ਪਰ ਕਹਿੰਦੇ ਉਹ ਜਿਹੜਾ ਦੁਸ਼ਟ ਉਹਨੇ ਆਤਮ ਹੱਤਿਆ ਕੀਤੀ ਤੇ ਉਹ ਯੋਧਾ ਆਪਣੀ ਮੌਤ ਨੂੰ ਗਲ ਨਾਲ ਲਾ ਕੇ ਕੁਰਬਾਨ ਹੋ ਗਿਆ। ਤੇ ਅੱਜ ਉਹਨਾਂ ਦੇ ਇਸ ਅਸਥਾਨ ਤੇ, ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਤੇ, ਇਹਨਾਂ ਯੋਧਿਆਂ ਦਾ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਜਦੋਂ ਕੌਮ ਦੀ, ਪੰਥ ਦੀ ਗੱਲ ਹੋਵੇ, ਉਦੋਂ ਕਿਸੇ ਪ੍ਰਚਾਰਕ ਨੂੰ ਇਸ ਗੱਲੋਂ ਨਾ ਟਾਰਗੇਟ ਕਰੋ ਕਿ ਵੇਖੋ ਜੀ ਇਹਨੇ ਸ਼ਹੀਦਾਂ ਦੀ ਗੱਲ ਕੀਤੀ ਹੈ, ਆਪਾਂ ਨੂੰ ਕੀ ਲੋੜ ਹੈ। ਨਹੀਂ, ਇਹਨਾਂ ਚੀਜ਼ਾਂ ਨੂੰ ਇੱਕ ਬੰਨੇ, ਇੱਕ ਪਾਸੇ ਰੱਖ ਕੇ ਸਾਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਹੈ। ਬਹੁਤ ਵੱਡੀਆਂ ਉਹਨਾਂ ਦੀਆਂ ਕੁਰਬਾਨੀਆਂ ਹਨ। ਆਪਾਂ ਜ਼ਿਕਰ ਕਰਿਆ ਕਰਦੇ ਸਾਂ ਕਦੀ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵਰਗਿਆਂ ਦਾ, ਜ਼ਿਕਰ ਜਿੱਥੇ ਕਰਦੇ ਹਾਂ ਆਪਾਂ ਤਾਰੂ ਸਿੰਘ ਵਰਗਿਆਂ ਦਾ, ਭਾਈ ਮਤੀ ਦਾਸ ਤੇ ਸਤੀ ਦਾਸ ਵਰਗਿਆਂ ਦਾ। ਇਹਨਾਂ ਯੋਧਿਆਂ ਨੂੰ ਤਾਂ ਤੁਸੀਂ, ਕਈਆਂ ਬਜ਼ੁਰਗਾਂ ਨੇ ਜਿਹੜੇ ਇੱਥੇ ਬੈਠੇ ਹੋਏ ਨੇ, ਉਹ ਦਰਦ, ਉਹ ਸ਼ਹਾਦਤਾਂ ਆਪਣੀਆਂ ਅੱਖਾਂ ਦੇ ਨਾਲ, ਆਪਣੇ ਤਨ ਪਿੰਡੇ ਦੇ ਉੱਪਰ ਰੀਅਲ ਸਟੋਰੀ ਐਨ ਅੱਖਾਂ ਦੇ ਸਾਹਮਣੇ ਦੇਖਿਆ ਹੋਇਆ ਹੈ। ਅਰਦਾਸ ਵਿੱਚ ਤਾਂ ਹੀ ਤਾਂ ਇਹ ਗੱਲ ਨਹੀਂ ਲਿਖੀ, ਕਿਸੇ ਦਾ ਨਾਮ ਅਰਦਾਸ ਵਿੱਚ ਤਾਂ ਹੀ ਨਹੀਂ ਲਿਆ ਸਪੈਸ਼ਲ, ਕਿਉਂਕਿ ਉਹਨਾਂ ਯੋਧਿਆਂ ਨੂੰ ਪਤਾ ਸੀ ਜਿਨ੍ਹਾਂ ਨੇ ਅਰਦਾਸ ਨੂੰ ਇਹ ਰੂਪ ਦਿੱਤਾ। ਕਿਉਂਕਿ ਜੇ ਨਾਂ ਲੈ ਦਿਆਂਗੇ ਤਾਂ, ਕਿਉਂਕਿ ਇਸ ਕੌਮ ਦੇ ਵਿੱਚ ਤਾਂ ਰੋਜ਼-ਰੋਜ਼ ਕੋਈ ਨਾ ਕੋਈ ਸ਼ਹੀਦ ਹੋ ਹੀ ਰਿਹਾ ਹੈ, ਸ਼ਹਾਦਤਾਂ ਹੋ ਹੀ ਰਹੀਆਂ ਨੇ। ਇਸ ਲਈ ਅਰਦਾਸ ਵਿੱਚ ਇਸ਼ਾਰਾ ਹੀ ਕੀਤਾ ਗਿਆ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਕੁਰਬਾਨੀਆਂ ਕੀਤੀਆਂ, ਕੇਵਲ ਇਸ਼ਾਰਾ ਕੀਤਾ ਗਿਆ, ਨਾਂ ਨਹੀਂ ਲਿਆ। ਕਿਉਂਕਿ ਜੇ ਆਪਾਂ ਨਾਂ ਲੈ ਦਿਆਂਗੇ ਤਾਂ ਫਿਰ ਦੂਜੇ ਜਿਹੜੇ ਰੋਜ਼-ਰੋਜ਼ ਸ਼ਹੀਦ ਹੋ ਰਹੇ ਨੇ ਉਹ ਅਰਦਾਸ ਵਿੱਚੋਂ ਬਾਹਰ ਚਲੇ ਜਾਣਗੇ। ਇਸ ਲਈ ਇੱਥੇ ਰੋਜ਼-ਰੋਜ਼ ਸ਼ਹੀਦੀਆਂ, ਸ਼ਹਾਦਤਾਂ ਹੋ ਰਹੀਆਂ ਨੇ। ਸਤਿਗੁਰੂ ਜੀ ਕਿਰਪਾ ਕਰਨ, ਦਾਸ ਦੀ ਇੰਨੀ ਕੁ ਹਾਜ਼ਰੀ ਆਪ ਸਮੂਹ ਸੰਗਤ ਨੇ ਪ੍ਰਵਾਨ ਕਰਨੀ। ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ, ਰਤਨ ਲਾਲ ਜਾ ਕਾ ਕਸ਼ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ, ਖਾਵੇਂ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵਧਦੋ ਜਾਈ, ਆ ਨਾਮ ਰੂਪ ਧਨ ਦਾ ਖਜ਼ਾਨਾ। ਹਮ ਧਨਵੰਤ, ਉਹ ਬੰਦਾ ਧਨਵੰਤ ਹੈ, ਭਾਗਠ ਉਹ ਭਾਗਾਂ ਵਾਲੇ, ਹਮ ਧਨਵੰਤ ਭਾਗਠ ਸਚ ਨਾਏ, ਜਿਹੜੇ ਆਪਣੇ ਮਾਲਕ ਵਾਹਿਗੁਰੂ ਦੇ ਸੱਚੇ ਨਾਮ ਦੇ ਨਾਲ ਜੁੜ ਜਾਂਦੇ ਨੇ। ਹਰ ਗੁਣ ਗਾਵੇ ਸਹਿਜ ਸੁਭਾਏ, ਸਹਿਜ ਸੁਭਾਏ ਦੇ ਅਰਥ ਨੇ ਪ੍ਰੇਮ ਵਿੱਚ, ਆਤਮਿਕ ਪ੍ਰੇਮ ਦੇ ਵਿੱਚ ਜਿਹੜੇ ਭਿੱਜ ਜਾਂਦੇ ਨੇ, ਉਹ ਆਪਣੇ ਗੁਰੂ ਦੇ ਗੁਣ ਗਾਉਂਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਡਿੱਠਾ ਦਾ ਭਾਵ ਹੈ ਦੇਖਣਾ, ਆਪਣੀ ਸੁਰਤ ਦੇ ਦੁਆਰਾ ਸ਼ਬਦ ਨੂੰ ਵੇਖਣਾ। ਤੇ ਉਹ ਪਿਓ ਦਾਦੇ ਕਿਹੜੇ ਸਨ? ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਅਮਰਦਾਸ, ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਆ ਪਿਓ ਦਾਦਿਆਂ ਦਾ ਜਿਹੜਾ ਖਜ਼ਾਨਾ ਸਾਡੇ ਸਾਹਮਣੇ ਪਿਆ ਹੈ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ,
ਮਨ ਦੇ ਵਿੱਚ ਕਹਿੰਦੇ ਇੰਨੀ ਕੁ ਸ਼ਾਂਤੀ, ਇੰਨਾ ਕੁ ਸਕੂਨ ਮਿਲਿਆ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ। ਸੋ